गरीब निवाज मंद मंद कर पवन चुलावा, पाँच बदन को नीर चुबावा। ए तन की सद पुण्य अवनी पा, प्रीतम देखे खरे समीपा। वाहिगुरु जी का खालसा, वाहिगुरु जी की फतेह। गुरु प्यारी सवारी साध संगत, आप संगतां दे बहुत ही वड्डे भाग महाराज गुरु अर्जन साहिब सच्चे पातशाह जिन्हां दी पावन पवित्र चरण छो प्राप्त धरती गुरु दर गुरु घर गुरुद्वारा श्री बौली आप जी ने दर्शन किए हैं। सवासां दी पूंजी नूं सफला कीता कि महाराज कहते जिन्ने सवास तेरे गुरु कोल निकल जान वो बहुत ही भले। उदों तो सारी जिंदगी निकल चली है, दिन चढ़िया चढ़ के शिव चलिया, हाले तक आस भी मुकी नहीं। दे बन हड्डियां दा पिंजर गई, साह चलदे नबज अजे रुकी नहीं। असीं अखियां विछाई बैठे, कद नदर मेर दी पावेगा। जिंदगी दियां शामां ढल चलियां, कद बाबा नानक। जिंदगी दियां शामां ढल चलियां, कद बाबा नानक। वाहिगुरु 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 वाहिगुरु
ए दोए नैना मत छुओ, 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 फिर देखण दी आस, 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 ए दोए नैना मत छुओ, 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 फिर देखण की आस, फिर देखण दी आस, फिर देखण दी आस, फिर देखण दी आस। बाबा फरीद साहब जी का तरला है, ਕਹਿੰਦੇ ਵਕਾਰੋ ਤੁਸੀਂ ਸਾਰਾ ਤਾਂ ਮੈਨੂੰ ਖਾ ਲਿਆ, ਹੁਣ ਅੱਖਾਂ ਤੇ ਰਹਿਣ ਦਿਓ। ਕਿ ਕਾਗ ਕਹਿੰਦਾ ਵੀ ਬਾਬਾ ਅੱਖਾਂ ਕੀ ਕਰਨੀਆਂ ਹੀ, ਕਹਿੰਦੇ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ ਨਾ ਉਹਨਾਂ ਚਿਰ ਮੈਂ ਆਪਣੇ ਸਾਈਂ ਨੂੰ ਵੇਖਣਾ। ਦੋ ਚੀਜ਼ਾਂ ਦੀ ਮੰਗ ਕੀਤੀ ਬਾਬਾ ਫਰੀਦ ਸਾਹਿਬ ਜੀ ਨੇ। 297 ਸਾਲ ਮੇਰੇ ਨਾਨਕ ਤੋਂ ਪਹਿਲਾਂ ਆਏ ਬਾਬਾ ਫਰੀਦ ਸਾਹਿਬ, 1173 ਚ ਆਏ ਬਾਬਾ ਜੀ 1469। ਇਹਨਾਂ ਦਾਰਸ਼ਨਿਕ ਮਹਾਂਪੁਰਖ ਅੱਜ ਗੁਰੂ ਗ੍ਰੰਥ ਸਾਹਿਬ ਦੀ ਗੋਦੀ 'ਚ ਸਕੂਨ ਵਿੱਚ ਬੈਠਾ। ਦੋ ਚੀਜ਼ਾਂ ਦੀ ਮੰਗ ਕਰਕੇ ਅਰਦਾਸ ਕੀਤੀ। ਆਪਾਂ ਕਦੇ ਕੀਤੀ? ਅਰਦਾਸ ਇੱਦਾਂ ਦੀ ਕਰਿਆ ਕਰੋ। ਪਹਿਲੀ ਅਰਦਾਸ ਕਰਦਾ ਹੈ ਵੀ ਕਾਗਾ ਚੂੰਡ ਨਾ ਪਿੰਜਰਾ, ਵਸੈ ਤਾਂ ਉੱਡਰ ਜਾਹੇ, ਜਿਤ ਪਿੰਜਰਾ ਮੇਰਾ ਸ਼ੌ ਵਸੈ, ਮਾਸ ਨਾ ਤਿਦੋਂ ਖਾਏ। ਕਹਿੰਦੇ ਇੱਕ ਦਿਲ ਵਾਲੀ ਜਗ੍ਹਾ ਰਹਿਣ ਦੇ, ਕਿਉਂਕਿ ਇੱਕ ਦਿਲ ਤੇ ਅੱਖਾਂ, ਇਹ ਦੋ ਪਾਰਟ ਆ ਮੇਨ ਆਪਣੇ। ਜਿਹੜੀ ਚੀਜ਼ ਤੇ ਅੱਖਾਂ ਟਿਕਦੀਆਂ ਉਹਦੇ ਤੇ ਦਿਲ, ਕੋਈ ਵੀ ਹੋਵੇ, ਕੱਪੜਾ ਹੋਵੇ, ਕੋਠੀ ਹੋਵੇ, ਗੱਡੀ ਹੋਵੇ, ਸੋਨਾ ਹੋਵੇ, ਬੀਬੀ ਹੋਵੇ, ਬੰਦਾ ਹੋਵੇ। ਜਦੋਂ ਰਿਸ਼ਤਾ ਕਰਦੇ ਨਾ ਬੱਚਿਆਂ ਨੂੰ ਸਾਹਮਣੇ ਬਿਠਾਈਦਾ ਵੀ ਭਾਈ ਆਪਦਾ ਵੇਖ ਲਓ, ਆਪਾਂ ਕਹੇ ਨਾ ਵੀ ਦਿਲ ਨੂੰ ਪੁੱਛ ਲਓ, ਹੁਣ ਹਾਂ ਕਰਤੀ ਤੇ ਫਿਰ ਰੱਸਾ ਪੈ ਜਾਣਾ, ਮੁੜ ਕੇ ਨਾ ਚੀਕਾਂ ਮਾਰਿਓ। ਦੋ ਚੀਜ਼ਾਂ ਜ਼ਿੰਦਗੀ ਦੇ ਵਿੱਚ ਮੇਨ ਆਪਣੇ, ਇੱਕ ਆਪਣੀਆਂ ਅੱਖਾਂ, ਦੂਜਾ ਦਿਲ। ਅੱਖਾਂ ਵੇਂਦੀਆਂ ਤੇ ਦਿਲ ਫੈਸਲਾ ਲੈਂਦਾ। ਜੇ ਤੇ ਦਿਲ ਮੰਨ ਗਿਆ, ਹੁਣ ਤੁਸੀਂ ਆਏ ਸੀ ਬੌਲੀ ਸਾਹਿਬ,
ਤੁਸੀਂ ਦਰਸ਼ਨ ਦੀਦਾਰ ਕੀਤੇ ਤੇ ਸੰਗਤ ਨੂੰ ਵੇਖ ਕੇ ਤੁਹਾਡਾ ਦਿਲ ਕਰ ਪਿਆ ਵੀ ਮੈਂ ਵੀ ਬਵਾਂ। ਹੁਣ ਜਿਹਦਾ ਦਿਲ ਨਹੀਂ ਮੰਨਦਾ ਉਹ ਨਹੀਂ ਬਹਿੰਦਾ। ਇਸ ਕਰਕੇ ਥੋੜਾ ਥੋੜਾ ਨਾਲ ਨੂੰ ਹੋ ਜਾਓ, ਆਖੋ ਵਾਹਿਗੁਰੂ। ਕਈ ਸੰਗਤਾਂ ਚਾਹਵਾਨ ਹੁੰਦੀਆਂ ਅੰਦਰ ਬਹਿੰਦੀਆਂ, ਫਿਰ ਉਹ ਵਿਚਾਰੇ ਕਹਿੰਦੇ ਬਾਬਾ ਜੀ ਲੇਟ ਹੋ ਗਏ, ਬਾਹਰ ਬਹਿਣਾ ਪਿਆ। ਕੋਈ ਨਹੀਂ, ਆਪਣਾ ਟਾਈਮ ਮਿੰਟ 'ਚ ਲੰਘ ਜਾਣਾ। ਧੰਨ ਬਾਬਾ ਫਰੀਦ ਸਾਹਿਬ। ਸਾਰੇ ਆਖੋ ਜੀ। ਫਰੀਦ ਸਾਹਿਬ ਜੀ ਨੇ 2 ਅਰਦਾਸਾਂ ਕੀਤੀਆਂ ਆਪਣੇ ਲਈ। ਇੱਕ ਤੇ ਅਰਦਾਸ ਕੀਤੀ ਵੀ ਇਹ ਕਾਗਾ ਮੇਰਾ 19 ਕੁ ਥਾਂ ਵਾਲਾ ਪਿੰਜਰ ਨਾ ਛੇੜੀ ਜਿੱਥੇ ਮੇਰਾ ਸ਼ੌਹ ਦਿਲ, ਤੇ ਦੂਜਾ ਮੇਰੀਆਂ ਅੱਖਾਂ। ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ, ਇਹ ਦੋਏ ਨੈਣਾ ਮਤ। ਇਹ ਸ਼ਬਦ ਪੜਿਆ ਆਪਾਂ ਸਾਰਿਆਂ ਹੁਣ। ਇਹ ਦੋਏ ਨੈਣਾ ਫਿਰਦੇ, ਮਹਾਂਪੁਰਖ ਵੀ ਪੜ੍ਹ ਦਿੰਦੇ ਹੁੰਦੇ ਸਨ। ਆਸੇ ਓਏ ਕਾਗਾ ਮੈਨੂੰ, ਆਸੇ ਓਏ ਪਿਆਰੇ ਦੇ ਮਿਲਣ ਦੀ ਅੱਜ, ਪਿਆਰੇ ਆਸੇ ਓਏ। ਇੱਕ ਇਹ ਨਾ ਕੱਚੇ ਸ਼ਬਦ ਮੈਂ ਮਾਫੀ ਚਾਹੁੰਦਾ ਵਾ, ਜੀ ਕਰਦਾ। ਇੱਕ ਸ਼ਬਦ ਆ ਵੀ ਕਿਤੇ ਬੋਲ ਵਿੱਚ ਲਿਆ ਮੇਰੇ ਗੁਰੂ ਨੇ ਕਦ ਕਰ ਆਉਣਾ। ਇਹ ਬਾਣੀ ਵਿੱਚੋਂ ਨਿਕਲੀਆਂ ਧਾਰਨਾ, ਪਰ ਲਾਉਣੀਆਂ ਨਹੀਂ। ਧੰਨ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ। ਬਾਬਾ ਕਬੀਰ ਸਾਹਿਬ ਦਾ ਵੀ ਕਾਂ ਦੇ ਨਾਲ ਵਾਹ ਪਿਆ, ਫਰੀਦ ਦਾ ਵੀ ਵਾਹ ਪਿਆ। ਕਬੀਰ ਸਾਹਿਬ ਦਾ ਬੜਾ ਰੌਚਕ ਪ੍ਰਸੰਗ ਹੈ। ਕਹਿੰਦੇ ਕਬੀਰ ਸਾਹਿਬ ਦੀ ਮਾਂ ਨਾ ਰੋਟੀਆਂ ਲਾ ਰਹੀ, ਕਬੀਰ ਸਾਹਿਬ ਅੱਗ ਡਾ ਰਹੇ। ਉਹ ਪੁਰਾਣਾ ਸਮਾਂ ਸੋਹਣਾ ਸੀ, ਹੁਣ ਡਾਈ ਕਦੇ ਕਿ ਨਹੀਂ? ਹੁਣ ਤੇ ਚੁੱਲ੍ਹਾ ਹੀ ਨਹੀਂ ਹੈਗਾ ਤੇ ਅੱਗ ਕੱਚ ਡਾਉਣੀ। ਪਿਆਰ ਮੁੱਕਦਾ ਜਾ ਰਿਹਾ, ਟੈਕਨੋਲੋਜੀ ਵੱਧ ਗਈ ਹੈ। ਅੱਗੇ ਚਾਦਰ ਕੱਢਣੀ, ਭੈਣਾਂ ਨੇ 7-8 ਘਰਾਂ ਦੀਆਂ ਭੈਣਾਂ ਇਕੱਠੀਆਂ ਬਹਿਣੀਆਂ, ਦੁੱਖ ਸੁੱਖ ਕਰਨੇ, ਚਰਖਾ ਚਲਾਉਣਾ। ਹੁਣ ਤੇ ਵਟਸਐਪ ਹੀ ਚੱਲਦਾ ਹੀ, ਤੇ ਫੇਸਬੁੱਕ। ਚਰਖੇ ਨੂੰ ਤੇ ਚੁੱਲ੍ਹੇ 'ਚ ਦਾਦਾ, ਤੇ ਉਹਨਾਂ ਤੇ ਫੁੱਲ ਬੂਟੇ ਕੱਢਣੇ। ਮੈਂ ਤਾਂ ਕਿਹਾ ਮੇਰੀ ਮਾਂ ਦਮੋਦਰੀ ਦਾ ਵਿਆਹ ਆਇਆ, ਬਹੁਤ ਪੁਰਾਣੀਆਂ ਯਾਦਾਂ। ਸੋ ਮੈਂ ਵਿਸ਼ੇ ਦੇ ਵਿੱਚ ਰਵਾਂ ਵੀ ਬੜਾ ਕੁਝ ਗਵਾ ਲਿਆ ਆਪਾਂ। ਹੁਣ ਨਹੀਂ ਆਪਣੇ ਕੋਲ ਕੁਛ, ਹੁਣ ਉਮਰ ਆਪਣੀ 100 ਤੋਂ 60 ਤੇ ਆ ਗਈ। 70-60 ਤੇ ਬ੍ਰੇਕ ਲੱਗ ਜਾਂਦੀ ਅੱਜ ਦੀ ਉਮਰ। ਚੰਗੇ ਭਲੇ ਵਿੱਚੋਂ 30 ਹੋ ਗਈ ਆ, ਔਖੇ ਸੌਖੇ ਹੋਰ ਕੱਢ ਲਾਂਗੇ। ਹੱਸਿਆ ਕਰੋ, ਬਾਣੀ ਪੜ੍ਹਿਆ ਕਰੋ, ਕਿਸੇ ਦਾ ਭਲਾ ਕਰਿਆ ਕਰੋ, ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਕਰੋ, ਤੇ ਰੁੱਸੇ ਨੂੰ ਕੱਲਾ ਬੋਲਿਓ ਨਾ ਮਨਾਇਓ ਵੀ। ਹਾਂ, ਤੇ ਇਸ ਕਰਕੇ ਬਾਬਾ ਕਬੀਰ ਜੀ ਅੱਗ ਡਾ ਰਿਹਾ, ਤੇ ਇੰਨੇ ਚਿਰ ਨੂੰ ਕਾਂ ਆਇਆ, ਕਾਂ ਬਨੇਰੇ ਤੇ ਉਹ ਕਾਂ ਬੋਲਣਾ ਸ਼ੁਰੂ ਹੋਇਆ। ਤੇ ਬਾਬੇ ਕਬੀਰ ਦੀ ਮਾਂ ਹੱਸ ਪਈ। ਕਬੀਰ ਸਾਹਿਬ ਕਹਿੰਦੇ ਮਾਂ ਕੀ ਹੋਇਆ ਜੀ? ਕਹਿੰਦੇ ਅੱਜ ਪ੍ਰਾਹੁਣੇ ਆਉਣੇ। ਇਹ ਮਨੌਤ ਸੀ, ਪਰ ਇਹਨੂੰ ਆਪਾਂ ਗੁਰਮੁਖੀ 'ਚ ਲਿਆਉਣਾ, ਕਿਉਂਕਿ ਇੱਧਰ ਪਿਆਰ ਦੀ ਕਥਾ ਚੱਲ ਰਹੀ। ਰਾਜੇ ਸ਼ਿਵਨਾਭ ਸੰਗਲਾ ਦੀਪ 'ਚ ਅੱਜ ਮੇਰਾ ਦਿਲ ਕਰਦਾ, ਵੈਸੇ ਕੋਈ ਪਤਾ ਨਹੀਂ ਕਿੱਧਰ ਨੂੰ ਚੱਲ ਜਾਣਾ ਹੁੰਦਾ, ਪਰ ਗੁਰੂ ਸਾਹਿਬ ਨੂੰ ਵੀ ਅੱਜ ਸਾਰਿਆਂ ਨੂੰ ਇਤਿਹਾਸ ਲੜੀਵਾਰ ਸੁਣਾਉਣੇ ਆ। ਅੱਗੇ ਇੱਧਰ ਉੱਧਰ ਚੱਲ ਜਾਈਦਾ ਨਾ, ਪਰ ਮੈਂ ਥੋੜ੍ਹਾ ਜਿਹਾ ਆਰੰਭ ਕਰ ਦਿਆਂ। ਬਾਬੇ ਕਬੀਰ ਸਾਹਿਬ ਦੀ ਮਾਂ ਕਹਿੰਦੀ ਕਬੀਰ ਕਾਂ ਉਡਾ। ਕਿਹਦੇ ਮਾਂ ਕਿਉਂ? ਕਹਿੰਦੀ ਬੋਲਦਾ ਵਾ ਲੱਗਦਾ ਪ੍ਰਾਹੁਣੇ ਆਉਣਗੇ। ਕਬੀਰ ਸਾਹਿਬ ਕਹਿੰਦੇ ਮਾਂ ਇੱਕ ਗੱਲ ਪੁੱਛਾਂ, ਇਹ ਜਿਹੜਾ ਕਾਂ ਬੋਲਦਾ ਇਹ ਜ਼ਰੂਰੀ ਆ ਵੀ ਪ੍ਰਾਹੁਣੇ ਹੀ ਆਉਂਦੇ ਆ? ਕਹਿੰਦੇ ਬੇਟਾ ਵੱਡਿਆਂ ਤੋਂ ਲੰਮੇ ਸਮੇਂ ਤੋਂ ਇਹ ਮਨੌਤ ਆ ਵੀ ਕਾਂ ਬੋਲੇ। ਤੇ ਕਬੀਰ ਸਾਹਿਬ ਕਹਿੰਦੇ ਇੱਦਾਂ ਨਹੀਂ ਹੋ ਸਕਦਾ, ਕਾਂ ਬੋਲੇ ਵੀ ਮੇਰਾ ਪਰਮੇਸ਼ਰ ਆ ਜੀ। ਵੇਖੋ ਭਾਵਨਾ, ਜੋ ਕਿਸੇ ਦੇ ਅੰਦਰ ਉਹੀ ਬਾਹਰ ਆਉਣਾ।
ਤੇ ਇਸ ਕਰਕੇ ਅੰਦਰ ਦੀ ਖੇਡ ਹੈ ਬਾਬੇ ਕਬੀਰ ਸਾਹਿਬ ਦੀ। ਫਿਰ ਮੁੱਖ ਦੇ ਵਿੱਚੋਂ ਸ਼ਬਦ ਨਿਕਲੇ, ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋ ਗਏ। ਉਹ ਕਹਿੰਦੇ ਉੱਡ ਉੱਡ ਕਾਵਾਂ ਉੱਡ, ਮੈਨੂੰ ਲੱਗਦਾ ਮੇਰਾ ਪਿਆਰਾ ਆ ਗਿਆ। ਮਾਤਾ ਕਹਿੰਦੀ ਤੇਰਾ ਮਾਮਾ ਆਊ, ਮਾਸੀ ਆਊ, ਭੂਆ ਆਊ। ਕਹਿੰਦਾ ਛੱਡ ਭੂਆ ਮਾਸੀਆਂ ਨੂੰ, ਐਵੇਂ ਵਕਤ ਨੂੰ ਫੜਾਉਣਗੇ, ਪਿਆਰਾ ਆਊਗਾ ਸਾਰੇ ਦੁੱਖ ਹੀ ਦੂਰ ਕਰ ਦੂਗਾ, ਹੈ ਨਾ। ਨਿਰਸਾਕੂ ਸ਼ਰੀਕ ਹੈ, ਉਹਨਾਂ ਦੇ ਬੋਲ ਸੀ, ਕਹਿੰਦੇ ਉੱਡੋ ਤਾਂ ਕਾਗਾ ਕਾਰੇ, ਉੱਡ ਕਹਿੰਦੇ ਉੱਡ, ਬੇਗ ਮਲੀਜੈ ਆਪਣੇ RAM ਪਿਆਰੇ। ਇਹ ਬਾਣੀ ਹੈ ਸੱਚੀ। ਕਹਿੰਦੇ ਉੱਡ ਉੱਡ ਕਾਵਾਂ, ਕਿਤੇ ਤੇਰਾ ਭਲਾ ਵੇ, ਕਿਤੇ ਮੇਰਾ ਪਿਆਰਾ ਘਰ ਆ ਜੇ। ਅਸੀਂ ਕਦੇ ਯਾਦ ਹੀ ਨਹੀਂ ਕੀਤਾ। ਅਸੀਂ ਦੀਵਾਲੀ ਤੇ ਯਾਦ ਕਰਦੇ ਹੁੰਦੇ ਨਾ ਲక్ష్ਮੀ ਮਾਤਾ ਨੂੰ। ਉਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ, ਕੱਚੇ ਘਰ ਹੋਣੇ, ਤੇ ਮਾਤਾ ਨੇ ਦੀਵੇ ਜਗਾ ਕੇ ਤੇ ਬੂਹਾ ਖੋਲ ਕੇ ਤੇ ਕਹਿਣਾ ਪੁੱਤ ਸਫਾਈ ਕਰੋ, ਫੁੱਲ ਲਾਓ, ਇੱਦਾਂ ਲੜੀਆਂ। ਕਹਿਣਾ ਦੀਵਾਲੀ ਵਾਲੀ ਰਾਤ ਨੂੰ ਨਾ ਲక్ష్ਮੀ ਆਉਂਦੀ ਹੈ। ਤੇ ਪਿਛਲੀ ਵਾਰੀ ਇੱਕ ਮਹਾਂਪੁਰਖ ਨੇ ਬੜਾ ਹਸਾਇਆ, ਕਹਿੰਦਾ ਓਏ ਵੇਖਿਓ ਕਿਤੇ ਰਾਤ ਨੂੰ ਬੂਹਾ ਨਾ ਖੁੱਲਾ ਰੱਖ ਲਿਓ। ਕਹਿੰਦੇ ਕੀ ਹੋਇਆ? ਕਹਿੰਦੇ ਲక్ష్ਮੀ ਕੈਨੇਡਾ ਚਲੇ ਗਈ ਆ, ਲక్ష్ਮੀ ਇੰਗਲੈਂਡ ਚਲੇ ਗਈ ਆ, ਲక్ష్ਮੀ ਅਮਰੀਕਾ ਚਲੇ ਗਈ ਹੈ। ਕਹਿੰਦਾ ਫਿਰ ਸਾਡੇ ਪੰਜਾਬ 'ਚ ਕੀ ਹਿੰਦੁਸਤਾਨ 'ਚ? ਕਹਿੰਦਾ ਇੱਥੇ ਸਮਾਈਕ ਗਈ ਆ, ਰਾਤ ਨੂੰ ਦਾਣੇ ਵੀ ਲੈ ਜਾਣਗੇ। ਬੂਹਾ ਨਾ ਖੋਲ ਦਿਓ ਭੁਲੇਖੇ ਨਾ। ਉਦੋਂ ਮਨੌਤ ਹੁੰਦੀ ਸੀ ਨਾ, ਭਲਾ ਸੀ ਸਾਡਾ ਪੰਜਾਬ। ਕਹਿਣਾ ਰਾਤ ਨੂੰ ਲక్ష్ਮੀ ਆਉਣੀ, ਬੂਹਾ ਹੁਣ ਨਹੀਂ ਖੋਲਣਾ। ਉਹ ਤਾਂ ਤੁਹਾਨੂੰ ਲక్ష్ਮੀ ਨੇ ਤੇ ਕੀ ਦੇ ਕੇ ਜਾਣੀ, ਤੁਹਾਡੇ ਘਰ ਪਈ ਉਹ ਵੀ ਲੈ ਜਾਣੀ ਚੋਰਾਂ ਨੇ। ਤੋ ਇਸ ਕਰਕੇ ਲక్ష్ਮੀ ਦੀ ਪੂਜਾ ਇੱਥੇ ਹੁੰਦੀ ਹੈ, ਪਰ ਚਲੇ ਗਈ ਉੱਥੇ ਗੋਰਿਆਂ ਕੋਲੇ। ਹੈ ਉਹਨਾਂ ਨੇ ਪਤਾ ਨਹੀਂ ਕੀ ਸੰਘਾਇਆ, ਜਿੱਦਾਂ ਪੰਛੀਆਂ ਨੂੰ ਨਹੀਂ ਲੈ ਗਏ, ਇੱਲਾਂ ਨੂੰ, ਤੋਤਿਆਂ ਨੂੰ, ਚਿੜੀਆਂ ਨੂੰ। ਹੁਣ ਸਾਡੀ ਜਵਾਨੀ ਨੂੰ ਵੀ ਪਤਾ ਨਹੀਂ ਕਿਹੜੀ ਦਵਾਈ ਸੰਘਾਈ, ਲੈ ਜਾਣਾ ਸਾਰਿਆਂ ਨੂੰ। ਸੋ ਮਾਰੇ ਤਰਸ ਕਰਨਾ, ਘੜੀ ਨਹੀਂ ਲੱਭਣੀ ਆ, ਸੰਭਾਲ ਲਓ ਜਿਹੜੇ 4 ਦਿਨ ਹੈਗੇ ਆ। ਮਾਰੇ ਸਭ ਦੀਆਂ ਝੋਲੀਆਂ ਭਰੇ, ਜਿੱਥੋਂ ਜਿੱਥੋਂ ਵੀ ਆਏ ਤੁਹਾਡੀ ਯਾਤਰਾ ਸਫਲ ਹੋ ਜੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਾਵਾਂ ਉੱਡ, ਛੇਤੀ ਉੱਡ ਤੇ ਆਵਾਜ਼ ਮਾਰ ਵੀ ਤੈਨੂੰ ਕਬੀਰ ਯਾਦ ਕਰਦਾ, ਤੇ ਕਿਤੇ ਉਹਦੇ ਘਰ। ਤੁਹਾਨੂੰ ਪਤਾ ਫਿਰ ਲੰਮਾ ਸਮਾਂ ਪੈ ਕੇ ਕਬੀਰ ਦੇ ਘਰ ਰੱਬ ਆਇਆ ਸੀ। ਉਹ ਸਾਖੀ ਲੰਬੇਰੀ ਮੈਂ ਵਿਸ਼ੇ 'ਚ ਰਹਿਣਾ, ਜਦੋਂ ਫਿਰ ਉਹ ਜੱਗ ਕੀਤਾ ਸੀ ਤੇ ਉਹ ਆ ਗਿਆ ਸੀ। ਤੇ ਕਬੀਰ ਸਾਹਿਬ ਤੇ ਲੋਕ ਗਏ ਵੀ ਰੌਲਾ ਪੈ ਜਾਣਾ, ਮੇਰੇ ਤੇ ਕੋਲ ਹੀ ਕੁਛ ਨਹੀਂ, ਜੇਬਾਂ 'ਚ ਕੁਛ ਨਹੀਂ, ਭੜੋਲੇ 'ਚ ਕੁਝ ਨਹੀਂ, ਪਰ ਕਿਉਂ ਇੱਕ ਚੀਜ਼ ਸੀ, ਉਹਦੇ ਦਿਲ 'ਚ ਵਾਹਿਗੁਰੂ ਸੀ। ਸਾਡੇ ਬੈਂਕ 'ਚ ਪੈਸੇ, ਕੋਠੀ, ਗੱਡੀ ਸਭ ਕੁਝ ਘਰੇ, ਪਰ ਸਾਡੇ ਦਿਲ 'ਚ ਵਾਹਿਗੁਰੂ ਨਹੀਂ ਹੈਗਾ। ਸਾਡੇ ਦਿਲ 'ਚ ਹੈਗੀਆਂ ਬਦੀਆਂ, ਈਰਖਾਵਾਂ, ਇੱਕ ਦੂਜੇ ਪ੍ਰਤੀ ਨਫ਼ਰਤ। ਸਾਨੂੰ ਕਿੱਥੋਂ ਮਿਲਣਾ ਉਹਨੇ? ਤਾਂ ਹੀ ਉਹ ਕਹਿੰਦਾ ਮੈਂ ਗੋਰਿਆਂ ਕੋਲ ਚੱਲ ਜਾਣਾ, ਉਹ ਵਧੀਆ ਬੰਦੇ ਆ, ਤੁਸੀਂ ਲੜੀ ਜਾਓ। ਇੱਥੇ ਕਲੇ ਜਿੱਥੇ ਵੱਸਦੀ ਹੈ ਬਰਕਤ ਉੱਥੋਂ ਖਤਮ ਹੋਣ ਘੜੇ ਵਿੱਚ। ਤੇ ਇੱਕ ਫਰੀਦ ਸਾਹਿਬ ਦਾ ਜ਼ਿਕਰ ਆਉਂਦਾ। ਫਰੀਦ ਸਾਹਿਬ ਨੇ ਕਾਂ ਨੂੰ 2 ਅਰਦਾਸਾਂ ਕੀਤੀਆਂ। ਕਿਹੜੀਆਂ ਜੀ? ਪਹਿਲੀ ਅਰਦਾਸ ਕੀਤੀ ਵੀ ਮੇਰੀਆਂ ਅੱਖਾਂ ਨਾ ਛੇੜੀ। ਇਹ ਅੱਖਾਂ ਮੇਨ ਪਾਰਟ ਹੈ ਸਰੀਰ ਦਾ। ਜੇ ਅੱਖਾਂ ਨਾ ਹੋਣਗੀਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦਰਸ਼ਨ ਕਿੱਦਾਂ? ਪਰ ਫਿਰ ਵੀ ਮੈਂ ਵਾਰੇ ਜਾਵਾਂ ਮੇਰੇ ਗੁਰੂ ਰਾਮਦਾਸ ਤੋਂ। ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਨੂੰ ਦਿਸਦਾ ਨਹੀਂ, ਨਜ਼ਰ ਨਹੀਂ ਹੈਗੀ ਉਹਨਾਂ ਦੇ ਕੋਲ, ਪਰ 250-300 ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਯਾਦ ਹੈ। ਸਾਡੀਆਂ ਅੱਖਾਂ ਇੰਨੀਆਂ ਮੋਟੀਆਂ ਹੀ ਸਾਰਾ ਦਿਨ ਮੋਬਾਈਲ ਤੇ ਲੱਗੀਆਂ ਰਹਿੰਦੀਆਂ। ਜਪਜੀ ਸਾਹਿਬ ਨਹੀਂ ਯਾਦ ਕੀਤਾ ਇਹਨਾਂ। ਉਹਦਾ ਇਹਨਾਂ ਨੂੰ ਸਭ ਯਾਦ ਹੈ, ਕੈਨੇਡਾ ਦੇ ਕਿੰਨੇ ਸ਼ਹਿਰ, ਇੰਗਲੈਂਡ ਦੇ ਕਿੰਨੇ ਸ਼ਹਿਰ, ਇਟਲੀ ਦੇ ਕਿੰਨੇ ਸ਼ਹਿਰ। ਕਿਉਂਕਿ ਜਿਹੜੀ ਚੀਜ਼ ਨਾਲ ਪਿਆਰ ਉਹਨੂੰ ਉਹ ਯਾਦ ਰਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਆ ਇਹ ਨਹੀਂ ਯਾਦ ਹੈ। 15 ਭਗਤਾਂ ਦੇ ਨਾਂ ਆਉਂਦੇ ਨਹੀਂ, ਬਾਬਾ ਜੀ ਗ੍ਰੰਥੀ ਨੂੰ ਪਤਾ, 4 ਗੁਰਸਿੱਖ ਨਹੀਂ ਪਤਾ। ਸੋ ਇਸ ਕਰਕੇ ਪਿਆਰ ਕਰੋਗੇ ਤੇ ਪਤਾ ਬੋਲੋ ਲੱਗੇਗਾ। ਤੇ ਬਾਬੇ ਫਰੀਦ ਦੀਆਂ 2 ਅਰਦਾਸਾਂ, ਜਿਨ੍ਹਾਂ 'ਚੋਂ ਇੱਕ ਅਰਦਾਸ ਤੁਸੀਂ ਸਾਰਿਆਂ ਨੇ ਗਾਈ ਹੋਣੀ। ਕੀ ਗਾਇਆ? ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ, ਇਹ ਦੋਏ ਮਤ ਛੂਹੋ ਫਿਰ ਦੇਖਣ। ਤੁਸੀਂ ਵੀ ਕਰੋ ਅਰਦਾਸ ਬੇਨਤੀ ਹੱਥ ਜੋੜ ਕੇ। ਸਤਿਗੁਰੂ ਬਾਬੇ ਫਰੀਦ ਨੇ 2 ਅਰਦਾਸਾਂ ਕੀਤੀਆਂ ਵੀ ਇੱਕ ਮੇਰੀਆਂ ਅੱਖਾਂ ਵਿਚਾਲਾ ਵਾਹਿਗੁਰੂ ਤੇ ਇੱਕ ਮੇਰਾ ਦਿਲ। ਅੱਜ 2 ਚੀਜ਼ਾਂ ਨੇ ਸਾਨੂੰ ਬਰਬਾਦ ਕੀਤਾ। ਅੱਖਾਂ ਮੋਬਾਈਲ 'ਚ ਵੇਂਦੀਆਂ
ਵੀ ਆਹ ਕੱਪੜਾ ਬ੍ਰਾਂਡਡ ਹੈ, ਆਹ ਫੈਸ਼ਨ ਹੈ, ਆਹ ਇੱਦਾਂ ਹੈ, ਦਿਲ ਕਰਦਾ ਮੈਂ ਵੀ ਕਰਾਂ। 6-6 ਫੁੱਟ ਲੰਬੇ ਕੇਸ ਮੇਰਿਆਂ ਵੀਰਾਂ ਤੇ ਭੈਣਾਂ ਦੇ, ਇਹਨਾਂ ਅੱਖਾਂ ਨੇ ਜਦੋਂ ਦੁਨੀਆ ਦਾ ਫੈਸ਼ਨ ਵੇਖਿਆ ਤੇ ਗਾਤਰਾ ਲਾ ਕੇ ਕਿੱਲੀ ਦੇ। ਅੱਜ ਵੇਖੋ ਨਾ ਮਾਹੌਲ ਕਿੱਧਰ ਨੂੰ ਜਾ ਰਿਹਾ। ਚੰਗੇ ਭਲੇ ਜਿਨ੍ਹਾਂ ਨੂੰ 25-25 ਬਾਣੀਆਂ ਜਵਾਨੀ ਕੰਠ ਸੀ, ਐਦਾਂ ਅੱਖਾਂ ਮੀਟ ਕੇ ਕੀਰਤਨ ਕਰਦੇ ਸੀ, ਸਾਰਾ ਕੁਝ ਛੱਡ ਗਏ ਕਿਉਂਕਿ ਮਾਹੌਲ ਦਾ ਅਸਰ ਪੈ ਰਿਹਾ। ਤਾਂ ਬਾਬੇ ਫਰੀਦ ਨੇ 700 ਸਾਲ ਪਹਿਲਾਂ, ਅੱਜ ਤੋਂ 800 ਹੀ ਬਣ ਜਾਣਾ, 297 ਤੇ ਬਾਬੇ ਨਾਨਕ ਦਾ 550 ਸਾਲ, 500 ਤੇ 300 800, ਹਾਂ ਤਕਰੀਬਨ 900 ਸਾਲ ਪਹਿਲਾਂ ਅਰਦਾਸ ਕੀਤੀ ਹੈ ਜਿਹੜੀ ਤੁਸੀਂ ਅੱਜ ਸਾਂਝੀ ਕੀਤੀ ਨਾ। ਇਹ ਅਰਦਾਸ ਕੀਤੀ ਵੀ ਹੇ ਵਾਹਿਗੁਰੂ ਮੇਰੀਆਂ ਅੱਖਾਂ ਤੇ ਮੇਰੇ ਦਿਲ ਨੂੰ ਬਚਾ ਲਈ। ਅੱਜ ਨਾ ਕਿ ਸਾਡੀਆਂ ਅੱਖਾਂ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੀਆਂ ਹੀ ਤੇ ਨਾ ਦਿਲ ਸਾਡਾ ਕਥਾ 'ਚ ਲੱਗਦਾ ਹੀ ਹੈ। ਅਸੀਂ ਮੱਥਾ ਟੇਕ ਕੇ ਭੱਜਦੇ ਹਾਂ ਬਾਹਰ ਨੂੰ, ਕੁਰਸੀ ਵੱਲ ਨੂੰ ਵੀ ਗੱਲਾਂ ਕਰੀਏ। ਆ ਤੁਹਾਡੀਆਂ ਅੱਖਾਂ ਤੇ ਦਿਲ ਲੱਗ ਗਿਆ, ਇੱਕ ਰਾਜੇ ਸ਼ਿਵਨਾਵ ਦਾ ਦਿਲ ਲੱਗਾ ਹੈ। ਆਓ ਚੱਲੀਏ ਸੰਗਲਾ ਦੀਪ 'ਚ ਲੈ ਕੇ ਚੱਲੀਏ ਤੁਹਾਨੂੰ। ਵਾਹਿਗੁਰੂ 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 ਸਤਨਾਮ। ਆਓ ਸੁਰਤੀ ਬਿਰਤੀ ਕਰਕੇ ਕਿਸੇ ਦਾ ਪਿਆਰ ਦਾ ਨਕਸ਼ਾ ਵੇਖੀਏ। ਹਾਂਜੀ ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਜ, ਅਤ ਉਤਸਵ ਸੋ ਪੁਰਪਾ ਪੂਰਨ, ਕੀਰਤ ਪਸਰੀ ਪਾਵਨ ਰੂਰਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਲੈ ਗਏ ਕਿਉਂਕਿ ਸਤਿਗੁਰੂ ਬਾਗ 'ਚ ਬੈਠੇ ਰਹੇ। ਕਹਿੰਦੇ ਜਿੰਨਾ ਚਿਰ ਧਰਮਸ਼ਾਲਾ ਨਹੀਂ ਬਣਾਉਂਦਾ ਅਸੀਂ ਨਹੀਂ ਆਉਣਾ। ਆ ਕੀ ਹੈ ਇਸ ਵੇਲੇ? ਧਰਮ ਦੀ ਗੱਲ ਹੋਵੇ, ਜਿੱਥੇ ਧਰਮੀ ਲੋਕ ਬਹਿਣ ਆ ਕੇ ਉਹਨੂੰ ਕਹਿੰਦੇ। ਗੁਰਦੁਆਰੇ ਦਾ ਨਾਮ ਪਹਿਲਾਂ ਧਰਮਸ਼ਾਲ, ਮੁੜ ਕੇ ਚੇਂਜ ਹੋ ਗਿਆ। ਇਸ ਕਰਕੇ ਮਾਰੀ ਕਹਿੰਦੇ ਮੈਂ ਤੇ ਉੱਥੇ ਆਉਣਾ ਜਿੱਥੇ ਸੰਗਤ ਵਿੱਚ ਸੰਗਤ ਹਰ ਪ੍ਰਭ। ਨਾਰਦ ਜੀ ਨਾ ਇੱਕ ਵਾਰੀ ਭਗਵਾਨ ਨੂੰ ਲੱਭਣ ਗਏ, ਨਾਰਾਇਣ 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 ਕਰਦੇ। ਸ਼ਿਵਪੁਰੀ 'ਚ ਗਏ, ਭਗਵਾਨ ਉੱਥੇ ਨਹੀਂ। ਇੰਦਰਪੁਰੀ ਗਏ, ਭਗਵਾਨ ਉੱਥੇ। ਬ੍ਰਹਮਪੁਰੀ ਗਏ, ਭਗਵਾਨ। ਸਵਰਨਪੁਰੀ ਗਏ, ਭਗਵਾਨ। ਤੇ ਜਦੋਂ ਮਿਲੇ ਕਹਿੰਦੇ ਭਗਵਾਨ ਜੀ ਅੱਜ ਚਾਰੇ ਪੁਰੀਆਂ ਖਾਲੀ ਹੋਈਆਂ ਫਿਰਦੀਆਂ, ਆਪਾਂ ਕਿੱਥੇ ਸੀ? ਮੈਂ ਤੁਹਾਨੂੰ ਮਿਲਣਾ ਸੀ। ਤੇ ਪ੍ਰਭੂ ਜੀ ਨੇ ਆਖਿਆ ਜੇ ਸਾਨੂੰ ਮਿਲਣਾ ਹੋਵੇ ਨਾ ਪੁਰੀਆਂ 'ਚ ਨਾ ਆਇਆ ਕਰ, ਜਿੱਥੇ ਸੰਗਤਾਂ ਬਹਿ ਕੇ ਹਰ ਜਸ ਕਰਦੀਆਂ ਉੱਥੇ ਆ ਜਾਇਆ ਕਰ। ਅਸੀਂ ਸੰਗਤ ਵਿੱਚ ਹੁੰਨੇ ਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ। ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ, ਸਾਰੀਆਂ 10 ਪਾਤਸ਼ਾਹੀਆਂ ਸੰਗਤ 'ਚ ਬਹਿ ਕੇ ਕੀਰਤਨ ਕਥਾ ਜਦੋਂ ਹੁੰਦਾ ਸੀ ਨਾ, ਬਾਬਾ ਬੁੱਢਾ ਜੀ, ਭਾਈ ਗੁਰਦਾਸ, ਰਾਮ ਕੋਇਰ ਜੀ, ਇਹ ਸਿੰਘ ਸੇਵਾ ਨਿਭਾਉਂਦੇ ਸੀ ਕਥਾ ਕੀਰਤਨ ਦੀ। ਤੇ ਮਹਾਰਾਜ ਸੰਗਤਾਂ ਵਿੱਚ ਆਪ ਬਹਿੰਦੇ ਹੁੰਦੇ ਸਨ। ਸੰਗਤ ਦਾ ਵੱਡਾ ਦਰਜਾ, ਇਸ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਸੰਗਤ ਇਕੱਠੀ ਕਰ, ਧਰਮਸ਼ਾਲਾ ਬਣਾ। ਹੁਣ ਬਣ ਗਈ ਹੈ, ਬੜੀ ਰੀਝ ਨਾਲ ਤਿਆਰ ਕੀਤੀ ਉਹਨੇ, ਕੱਲੀ ਕੱਲੀ ਚੀਜ਼, ਖੁਸ਼ਬੂਦਾਰ ਇਤਰ, ਗੁਲਾਬ, ਚੰਦਨ ਦਾ ਲੇਪ ਕੀਤਾ ਹੈ, ਮੁਸ਼ਕਬੂਰ ਆਦਿਕ ਜੋ ਵੀ ਰਾਜਿਆਂ ਦੇ ਘਰ ਘਾਟਾ ਨਹੀਂ ਹੁੰਦਾ। ਹੁਣ ਮਹਾਰਾਜ ਨੂੰ ਲੈ ਕੇ ਜਾ ਰਹੇ ਹਨ। ਧਰਮ ਸਾਧ ਮੈਂ ਰੁਚਿਰ ਪ੍ਰਿਯੰਕਾ, ਤਹਿ ਬੈਸਾਏ ਬਦਨ ਮਯੰਕਾ। ਮਹਾਰਾਜ ਸਾਹਿਬ ਜੀ ਨੂੰ ਧਰਮਸ਼ਾਲ ਦੇ ਵਿੱਚ ਜਦੋਂ ਪਹੁੰਚੇ ਨੇ, ਜਿੱਦਾਂ ਸਤਿਗੁਰੂ ਉੱਚੇ ਥੜੇ ਤੇ ਆ ਨਾ, ਆਪਾਂ ਸਾਰੇ ਥੱਲੇ ਆ, ਉਹਦੀ ਭਾਵਨਾ ਸੀ ਕਿ ਮੇਰਾ ਗੁਰੂ ਉੱਚੀ ਥਾਂ ਤੇ ਬੈਠੇ। ਆ ਸਾਡੇ ਘਰਾਂ 'ਚ ਅੱਜ ਕੀ ਵੀ ਮਹਾਰਾਜ ਥੱਲੇ ਹੁੰਦੇ ਤੇ ਅਸੀਂ ਕੋਠੀ ਦੀ ਦੂਜੀ ਮੰਜ਼ਿਲ ਤੇ ਹੁੰਦੇ ਹਾਂ। ਆ ਜਿਹੜੇ ਬੱਚੇ ਗਾਂ ਵਾਲੇ, ਇਹਨਾਂ ਨੂੰ ਨਹੀਂ ਇਸ ਚੀਜ਼ ਦੀ ਕਦਰ, ਕਿਉਂਕਿ ਪੁਰਾਣੇ ਬਜ਼ੁਰਗ ਡਰਦੇ ਸੀ ਕਹਿਣਾ ਗੁਰੂ ਤੋਂ ਉੱਚੇ। ਹੁਣ ਨਹੀਂ ਕੋਈ ਪ੍ਰਵਾਹ, ਹੁਣ ਤੇ ਆਂਦੇ ਗੁਰੂ ਤੇ ਮਹਾਰਾਜ ਥੱਲੇ, ਤੇ ਲਈ ਵੀ ਕੀ ਬੈਠੇ ਆ। ਇਹ ਸੋਚ ਮੈਨੂੰ ਕਈ ਕਹਿਣਗੇ ਜੀ ਵੇਖੋ ਜੀ ਡਿਵੈਲਪਮੈਂਟ ਹੋ ਗਈ ਜੀ, ਪੜ੍ਹੇ ਲਿਖੇ। ਤੇ ਮੈਂ ਕਿਹਾ ਵੀ ਕੱਪੜੇ ਵੇਣੇ ਇਹਨਾਂ ਦੇ ਅੰਦਰ ਤੇ ਵੇਖੋ। ਤੁਸੀਂ ਲੋਕਾਂ ਦੀਆਂ ਕੋਠੀਆਂ ਗੱਡੀਆਂ ਤੇ ਆ ਬਾਡੀ ਵੇਖਦੇ, ਚਮਕਦੀ ਕਰੀਮ ਲਾਈ, ਅੰਦਰ ਵੇਖੋ ਗਲ ਗਿਆ।
ਪੁਰਾਣਿਆਂ ਦੇ ਕੱਪੜੇ ਪਾਟੇ, ਪਸੀਨਾ ਆਇਆ ਸੀ, ਗੰਦੇ ਜੇ ਘਰ ਸੀ, ਪਰ ਉਹਨਾਂ ਦੇ ਅੰਦਰ ਸੋਨੇ ਦੇ ਸੀ। ਅੱਜ ਲੋਕੀ ਬਾਹਰੋਂ ਵੇਖੀ ਜਾਂਦੇ, ਅੰਦਰ ਵੇਖੋ ਨਾ, ਕੋਈ ਕਿਸੇ ਦੀ ਜ਼ੁਬਾਨ ਨਹੀਂ ਰਹਿ ਗਈ, ਕੋਈ ਯਕੀਨ ਨਹੀਂ ਰਹਿ ਗਿਆ, ਕੋਈ ਕਿਸੇ ਦਾ ਸੰਗੀ ਸਾਥੀ ਨਹੀਂ। ਜਦੋਂ ਮਤਲਬ ਪੂਰਾ ਤੇ ਅਗਲਾ ਕਹਿੰਦਾ ਤੂੰ ਕੌਣ। ਤੇ ਸਾਡੇ ਵੱਡੇ ਮਰ ਜਾਂਦੇ ਸੀ, ਪਰ ਜਿਹੜਾ ਬੋਲ ਕਿਸੇ ਨੂੰ ਕਹਿ ਦਿੰਦੇ ਪਗਾਉਂਦੇ ਸੀ। ਹੁਣ ਲੋਕੀ ਬਾਹਰੋਂ ਸੋਹਣੇ, ਅੰਦਰੋਂ ਖਤਮ ਹੋ ਗਏ। ਉਹ ਲੋਕੀ ਬਾਹਰੋਂ ਸਾਦੇ ਸੀ, ਅੰਦਰੋਂ ਹੀਰੇ ਸੀ। ਘਰ ਕੱਚੇ ਸੀ, ਸਿੱਖ ਪੱਕੇ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਡਰਦੇ ਸਨ, ਕਹਿਣਾ ਗੁਰੂ ਜੀ ਆ ਰਹੇ ਹੈ। ਪੁਰਾਣੇ ਸਮੇਂ 'ਚ ਤੂੰ ਜਿੰਨਾ ਡਰੋਗੇ ਉਨਾ ਹੀ ਆਨੰਦ ਲਓਗੇ। ਤੂੰ ਰਾਜੇ ਸ਼ਿਵਨਾਭ ਨੇ ਸੋਹਣਾ ਜਿਹਾ ਪਲੰਗ ਡਾਇਆ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਉਹਦੇ ਤੇ ਬਿਠਾਉਣਾ ਕੀਤਾ। ਸਗਰੇ ਨਗਰ ਬਡਾਏ ਉਸ਼ਾਹਾ, ਦਰਸ਼ਨ ਹਿਤ ਨਰ ਨਾਰਿਓ ਮਾਹਾ। ਜਿੱਦਾਂ ਹੱਥ ਜੋੜੋ ਸਾਰੀ ਸੰਗਤ, ਆਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਅੱਜ ਵੀ ਜਿੱਦਾਂ ਮਾਰੇ ਤਖਤ ਤੇ ਬੈਠੇ ਨਾ, ਆਪਾਂ ਸਾਰੇ ਕੋਲੇ ਬੈਠੇ। ਉਦਣ ਵੀ ਕਹਿੰਦੇ ਜਦੋਂ ਮਾਰੇ ਤਖਤ ਤੇ ਬੈਠੇ, ਉੱਥੋਂ ਦੀਆਂ ਮਾਈਆਂ ਭਾਈ ਸਾਰੀ ਸੰਗਤ ਜਿਹੜੀ ਮਹਾਰਾਜ ਦੇ ਕੋਲ ਆ ਕੇ ਬੈਠ ਗਏ ਹਨ। ਆਇਨ ਨਿਕਟ ਪਾਇਨ ਕਰਹੀ, ਹੱਥ ਜੋੜ ਕੇ ਬੰਦਨ ਕਰਹੀ। ਪਰ ਕਹਿੰਦੇ ਸੰਗਤਾਂ ਸ਼ਰਧਾ ਨਾਲ ਆ ਰਹੀਆਂ, ਜਿੱਦਾਂ ਤੁਸੀਂ ਮੱਥਾ ਟੇਕ ਰਹੇ ਆ। ਇੱਦਾਂ ਮਹਾਰਾਜ ਦੇ ਅੱਗੇ ਕੋਈ ਕੇਲੇ ਰੱਖ ਰਿਹਾ, ਕੋਈ ਸੇਬ ਰੱਖ ਰਿਹਾ, ਕੋਈ ਮੋਤੀ ਰੱਖ ਰਿਹਾ, ਕੋਈ ਹੀਰੇ, ਕੋਈ ਗੁੜ, ਕੋਈ ਦੁੱਧ, ਜੋ ਵੀ ਕਿਸੇ ਨੂੰ ਮਹਾਰਾਜ ਜੀ ਨੇ ਭਾਵਨੀ ਭਗਤ ਭਾਈ ਕੌਡੀ ਅਗਰ ਭਾਗ ਰੱਖ ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ। ਹਾਂ, ਤੁਸੀਂ ਵੀ ਇਦਾਂ ਕਰਿਆ ਕਰੋ ਸੰਗਤ ਜੀ, ਜਿੰਨਾ ਤੁਹਾਨੂੰ ਰੱਬ ਨੇ ਦਿੱਤਾ ਉਨੀ ਭੇਟਾ ਦਿਆ ਕਰੋ ਮਹਾਰਾਜ ਨੂੰ। ਅਸੀਂ ਕੀ ਕਰਦੇ ਹਾਂ ਵੀ ਪੈਲਸ ਪੂਲਸ 'ਚ ਤੇ 20-25 ਹਜ਼ਾਰ ਸੁੱਟ ਦਿੰਦੇ ਉੱਤੋਂ। ਤੇ ਜਦੋਂ ਗੁਰਦੁਆਰੇ ਆਉਣਗੇ ਤੇ ਕਹਿਣਗੇ ਟੁੱਟਾ ਰੁਪਈਆ ਹੈਗਾ। ਮਹਾਰਾਜ ਕਹਿੰਦੇ ਉਹਨਾਂ ਵਾਸਤੇ ਟੁੱਟਾ ਰੁਪਈਆ ਜਿਹੜੇ ਗਰੀਬ ਆ। ਤੂੰ ਕਹਿ ਦੇ ਮੇਰੇ ਸਾਹਮਣੇ ਇੱਕ ਵਾਰ, ਮਹਾਰਾਜ ਕਹਿੰਦੇ ਵੀ ਮੈਂ ਗਰੀਬ ਹਾਂ, ਜਾਂ ਫਿਰ ਮੈਂ ਤੇਰਾ ਰੁਪਈਆ ਪ੍ਰਵਾਨ ਕਰੂੰ। ਤੂੰ ਬਾਹਰ ਅਮੀਰ ਬਣਦਾ ਰਿਸ਼ਤੇਦਾਰਾਂ 'ਚ। ਜਿਹੜਾ 2 ਲੱਖ 'ਚ ਵਿਆਹ ਹੋਣਾ ਨਾ, ਅਸੀਂ 20 ਲੱਖ 'ਚ ਕੀਤਾ। ਜਿਹੜਾ ਘਰ 4 ਲੱਖ 'ਚ ਵਧੀਆ ਜੀ ਰਹਿ ਰਹੇ ਸੀ, ਉਹਨੂੰ ਢਾਹ ਕੇ ਅਸੀਂ 70 ਲੱਖ ਦਾ ਬਣਾਇਆ। ਜਿਹੜਾ ਤਨ 200 ਰੁਪਈਏ ਦੇ ਨਾਲ ਸੂਟ ਨਾਲ ਢੱਕਿਆ ਜਾਣਾ ਸੀ, ਉਹਨੂੰ 25,000 ਨਾਲ ਢੱਕਿਆ। ਸਾਰੇ ਕੰਮ ਵੱਧ ਕੇ ਕੀਤੇ। ਜਦੋਂ ਗੁਰੂ ਕੋਲ ਆਏ ਉੱਥੇ ਘਟ ਗਏ। ਮਾਫੀ ਦੇਣੀ ਮਹਾਰਾਜ ਕਹਿੰਦੇ, ਇਸ ਕਰਕੇ ਉੱਥੇ ਸੰਗਤ ਆਈ ਜਿੰਨੀ ਕਿਸੇ ਦੀ ਭਾਵਨਾ ਸੀ। ਹੁਣ ਹਰਿਮੰਦਰ ਸਾਹਿਬ ਵੇਖੋ, 4 ਕਰੋੜ ਦੇ ਫੁੱਲਾਂ ਦਾ ਮੱਥਾ ਟੇਕਿਆ ਉਸ ਸੇਠ ਨੂੰ। ਲੋਕਾਂ ਨੇ ਉਹਨੂੰ ਕਿਹਾ ਵੀ ਤੂੰ ਗਲਤ ਕੀਤਾ ਇੱਦਾਂ ਉੱਦਾਂ। ਉਹ ਕਹਿੰਦਾ ਵੀ ਜੋ ਮਰਜ਼ੀ ਕਹੋ, ਮੇਰਾ ਪਿਆਰ ਆ। ਪਿਆਰ ਜਿਹੜਾ ਨਾ, ਇਹਦੀ ਕੋਈ ਸੀਮਾ ਨਹੀਂ, ਇਹਦੇ 'ਚ ਗਿਣਤੀਆਂ ਮਿੰਤੀਆਂ ਨਹੀਂ ਹੁੰਦੀਆਂ। ਕਿਸੇ ਨੇ ਉਹਨੂੰ ਕਹਿਦਾ ਵੀ ਤੂੰ 4 ਕਰੋੜ ਦੇ ਫੁੱਲ ਤੇ ਸੁੱਕ ਗਏ ਆ, ਤੇ ਤੂੰ ਇਦਾਂ ਕਰਦਾ ਵੀ ਜੇ 12 ਬੱਚੇ ਅਮਰੀਕਾ ਕਿਸੇ ਦੇ ਭੇਜਦਾ ਨਾ, ਤੇ 12 ਪਰਿਵਾਰਾਂ ਦੇ ਵਿੱਚ ਖੁਸ਼ੀਆਂ ਆ ਜਾਣੀਆਂ ਸੀ। ਕਿਉਂਕਿ ਘਰਾਂ ਦੀਆਂ ਗਰੀਬੀਆਂ ਨਿਕਲ ਜਾਣੀਆਂ ਸੀ। ਤੇ ਉਹਨਾਂ 12 ਨੇ ਕਮਾਈ ਕਰਕੇ ਤੈਨੂੰ 400 ਦੀ ਬਜਾਏ 12 ਕਰੋੜ ਵਾਪਸ ਕਰਨਾ ਸੀ। ਉਹਦੇ ਵਿੱਚੋਂ ਬਾਹਰੋਂ ਤੀਆ 36 ਫੇਰ ਭੇਜਦਾ। ਇਹ ਕਾਰਜ ਦੇ ਨਾਲ ਕਿਸੇ ਦੇ ਘਰ ਦੇ ਫੁੱਲ ਸਾਧ ਸੰਗਤ ਕਿਤੇ ਨਾ ਕਿਤੇ, ਚਲੋ ਭਾਵਨਾ ਮੈਂ ਮੰਨਦਾ ਵਾਂ, ਪਰ ਇਹ ਗੱਲ ਸੱਚ ਹੈ ਵੀ ਅੱਜ ਹੈਲਪ ਦੀ ਲੋੜ ਹੈ ਇੱਕ ਦੂਜੇ ਦੀ। ਮੰਨ ਲਓ ਤੁਹਾਡੇ ਰਿਸ਼ਤੇਦਾਰ ਰਿਚ ਫੈਮਿਲੀ ਨੂੰ ਬਿਲੋਂਗ ਕਰਦੇ, ਕਿਸੇ ਗਰੀਬ ਦੀ ਬਾਂਹ ਕਿਉਂ ਨਹੀਂ ਫੜਦੇ? ਤੁਹਾਡੇ ਜੋ ਦਾਦੇ ਨਾਨਕੇ ਅਮਰੀਕਾ ਸਿਟੀ ਜਾਣਾ, ਤੇ ਜੇ ਮੰਨ ਲਓ ਆਪਣੇ 25 ਬੰਦੇ ਬਾਹਰ ਆ, ਤੇ ਇੱਕ ਬੰਦੇ ਨੂੰ 1 ਲੱਖ ਹੀ ਆਉਂਦਾ, ਕੀ ਉੱਥੇ 7 ਲੱਖ ਰੁਪਈਆ ਮਹੀਨਾ ਕਮਾਉਣੇ ਆਪਾਂ। ਤੇ ਜੇ ਬੰਦਾ, ਹੁਣ ਸਾਡੀ ਸੈਲਰੀ 15,000 ਹੈ, ਤੇ ਮੈਨੂੰ ਇੰਨਾ ਕੁ ਯਕੀਨ ਆ, ਗੁਰੂ ਸਾਹਿਬ ਮੇਰੇ ਸਾਹਮਣੇ ਬੈਠੇ, ਮੈਨੂੰ ਅੱਜ ਕੋਈ ਆ ਕੇ ਕਹੇ ਨਾ ਮੇਰੀ 15,000 ਦੀ ਹੈਲਪ ਕਰ, ਤੇ ਮੈਂ ਉਸੇ ਵੇਲੇ ਕਰੂੰ। ਕਿਉਂਕਿ ਮੈਂ ਇਹੋ ਹੀ ਕਹਿਣਾ ਵੀ ਕੋਈ ਨਹੀਂ, ਵੀ 1 ਮਹੀਨੇ ਦੀ ਪੇ ਹੀ ਆ, ਤੇ ਕੀ ਗੱਲ ਤੁਸੀਂ ਨਹੀਂ ਕਰ ਸਕਦੇ? ਪਰ ਨਹੀਂ, ਅਸੀਂ ਕਰਾਂਗੇ ਮਦਦ ਕਾਹਦੇ ਵਾਸਤੇ? ਵੀ ਜਦੋਂ ਕਿਤੇ ਗਾਉਣ ਵਾਲੀ ਲਾਉਣੀ ਆ ਉੱਥੇ ਜਗ੍ਹਾ, ਤੇ ਫਿਰ ਭੇਜਣਗੇ, ਫਿਰ ਕਹਿਣਗੇ ਮੇਰਾ ਨਾਂ ਵੱਡੇ ਬੋਰਡ ਤੇ ਲਾਇਓ, ਗੁਰਮੇਜ ਸਿੰਘ ਜੀ 5 ਲੱਖ ਰੁਪਈਆ। ਤੇ ਕਿੱਥੇ ਭੇਜਿਆ ਜੀ? ਪੁੱਠੇ ਕੰਮਾਂ ਦੇ। ਅੱਜ ਲੋੜ ਹੈ ਸੰਗਤ ਜੀ, ਲਾਈਵ ਚੱਲਣ ਦਿਆ, ਵਿਦੇਸ਼ਾਂ ਤੱਕ ਸੰਗਤ ਵੇਂਦੀ ਹੈ। ਅੱਜ ਆਪਣੇ ਭਰਾਵਾਂ ਦੀ ਬਾਂਹ ਫੜੋ ਜੀ, ਫੜਦੇ। ਬਹੁਤਾ ਸਿੱਖ ਕੌਮ ਦਾਨੀ ਹੋ ਗਈ ਹੈ, ਪਰ ਆਪਦੇ ਭਰਾ ਰੋਲਦੇ ਫਿਰਦੇ ਆ।
ਉਹ ਕਲਾਕਾਰ ਮਾੜਾ ਜਿਹਾ ਰੋਇਆ, ਉਹਦੇ ਕਲਾਕਾਰ ਭਰਾਵਾਂ ਨੇ ਉਹਦੀ ਬਾਂਹ ਫੜੀ। ਅੱਜ ਉਹਦੀਆਂ ਜ਼ਿੰਦਗੀ 'ਚ ਖੁਸ਼ੀਆਂ ਆ ਗਈਆਂ। ਉਹਦੀ ਵਾਈਫ ਤੇ ਉਹ ਇੰਨੇ ਖੁਸ਼ ਹਨ, ਇੱਦਾਂ ਦੇ ਸਟੇਟਸ ਪਾਉਂਦੇ, ਉਹ ਰੋਂਦੇ ਸੀ। ਵੇਖੋ ਉਹਨਾਂ ਦੇ ਭਰਾਵਾਂ ਨੇ ਉਹਨਾਂ ਨੂੰ ਚੁੱਕ ਲਿਆ। ਪਰ ਗੁਰੂ ਕੀ ਸੰਗਤ, ਜਿਹੜਾ ਗੁਰੂ ਨੂੰ ਪਿਆਰ ਕਰਦਾ, ਰਾਗੀ ਸਿੰਘ ਸੇਵਾਦਾਰ ਕਥਾ ਕੀਰਤਨੀਆਂ, ਉਹਨੂੰ ਕੋਈ ਨਹੀਂ ਪੁੱਛਦਾ। ਉਹ ਹਾਰ ਕੇ ਫਿਰ ਕਹਿੰਦਾ ਛੱਡ ਖਹਿੜਾ ਮਣਾ, ਇੱਥੇ ਗੁਜ਼ਾਰਾ ਨਹੀਂ ਹੈ ਸਭ ਕੁਝ, ਪਰ ਤਰੀਕਾ ਚਾਹੀਦਾ ਹੈਲਪ ਕਰਨ ਨੂੰ। ਤੇ ਬਾਬੇ ਨਾਨਕ ਨੇ ਵੀ ਇਹੋ ਆਖਿਆ ਸੀ, ਕਿਰਤ ਕਰੋ ਨਾਮ ਜਪੋ ਤੇ ਵੰਡ ਦਾ ਭਾਵ ਆ। ਮੰਨ ਲਓ ਕਿਸੇ ਦੇ ਘਰ 5 ਧੀਆਂ, ਉਹਨਾਂ ਦੇ ਵਿੱਚੋਂ ਇੱਕ ਧੀ ਨੂੰ ਸਟੱਡੀ ਕਰਾ ਕੇ ਵਿਦੇਸ਼ ਭੇਜ ਦਿਓ, ਉਹ 5 ਦਾ ਹੀ ਜ਼ਿੰਦਗੀ ਸਵਰਗ ਬਣ ਜਾਣੀ, ਇੰਨੀ ਹੈਲਪ ਹੋ ਜਾਂਦੀ ਹੈ। ਹੁਣ ਪੰਜਾਬ ਦੀ ਕੰਡੀਸ਼ਨ ਇੱਦਾਂ ਦੀ ਵੀ 5 ਜੀ ਖਾਣ ਵਾਲੇ ਤੇ ਇੱਕ, ਤੇ ਜੇ ਇੱਦਾਂ ਦੀ ਮਦਦ ਕਿਸੇ ਤੋਂ ਹੋ ਸਕਦੀ ਹੈ ਤੇ ਹੋਰ ਕੀ ਚਾਹੀਦਾ, ਕਿੰਨੀਆਂ ਖੁਸ਼ੀਆਂ ਆ ਜਾਣ। ਪਰ ਅਸੀਂ ਮਦਦ ਨਹੀਂ ਕਰਦੇ, ਅਸੀਂ ਬਣਦਾ ਕੰਮ ਖਰਾਬ ਕਰਦੇ। ਮੰਨ ਲਓ ਕੋਈ ਕਿਸੇ ਦਾ ਕਾਰਜ ਕਰਾਉਣ ਲੱਗਾ ਨਾ, ਵੀ ਕੋਈ ਨਹੀਂ ਯਾਰ ਮੈਂ ਕਰਾਉਣਾ, ਮੈਨੂੰ ਆਪਾਂ ਕਹਿੰਦਾ ਰਹਿਣ ਦਿਓ, ਇਹ ਤੇ ਮਾੜੇ ਹੀ ਬਹੁਤ ਆ। ਇਸ ਕਰਕੇ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਚੁੱਕਿਆ, ਗਊ ਗਰੀਬ ਨੂੰ ਸਾਥ ਦੇਣ ਲਈ ਸਾਨੂੰ 3 ਪੈਗਾਮ ਦਿੱਤੇ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਤੇ ਜੇ ਕਿਸੇ ਦੀ ਹੈਲਪ ਹੋ ਜਾਏ, ਸਾਰੀ ਜ਼ਿੰਦਗੀ ਸੀਸਾ ਹੀ ਦਿੰਦਾ ਹੈ, ਤੁਹਾਨੂੰ ਸੀਸਾ ਹੀ ਦੇਵੇਗਾ। ਤੇਰਾ ਭਲਾ ਹੋਵੇ, ਭਲਾ ਹੋਵੇ, ਭਲਾ ਹੋਵੇ ਨਾਨਕ ਨਾਮ। ਗੁਰੂ ਸਾਹਿਬ ਜੀ ਬੈਠੇ ਨੇ ਸੰਗਲਾ ਦੀਪ, ਸਾਰੀਆਂ ਸੰਗਤਾਂ ਕਹਿੰਦੇ ਜਿੰਨੀ ਵੀ ਕਿਸੇ ਕੋਲ ਹੈਲਪ ਹੋ ਸਕਦੀ ਹੈ ਉਹ ਭੇਟਾ ਲਿਆ ਕਰਕੇ ਮੱਥਾ ਟੇਕ ਰਹੇ ਹਨ। ਮੰਜ਼ਿਲ ਫੁੱਲ ਨੇ ਅੰਜਲ ਡਾਰੇ, ਚਰਚੇ ਚੰਦਨ ਤੋਫਤ ਖਾਰੇ। ਕਹਿੰਦੇ ਕੁਝ ਰੂਹਾਂ ਇਦਾਂ ਦੀਆਂ ਉਹ ਫੁੱਲ ਲੈ ਕੇ ਆਈਆਂ। ਵੇਖੋ ਆ ਗਿਆ ਨਾ ਵਚਨ, ਆਪਾਂ ਕਿਸੇ ਦੇ ਪਿਆਰ ਨੂੰ ਠੁਕਰਾ ਨਹੀਂ ਸਕਦੇ। ਉਹਨਾਂ ਨੇ ਕੀ ਕੀਤਾ, ਕਹਿੰਦੇ ਮੰਜ਼ਿਲ ਫੂਲਣ ਅੰਜਲ ਡਾਰੇ। ਵੀ ਕਈ ਸੰਗਤਾਂ ਨੇ ਘਰੇ ਰਹਿ ਕੇ ਨਾ ਟੋਕਰੀ ਨਾਲ, ਜਿੱਦਾਂ ਪਹਿਲਾ ਪ੍ਰਕਾਸ਼ ਸੀ ਜਿੱਦਣ, ਤੇ ਸਵੇਰੇ ਇੱਕ ਭੈਣ ਤੇ ਭਾਈ ਸਾਹਿਬ ਆਉਂਦੇ ਆ ਸਵੇਰੇ 3 ਵਜੇ। ਉਹਨਾਂ ਨੇ ਘੱਟੋ ਘੱਟ ਨਹੀਂ ਤੇ ਮੇਰਾ ਅੰਦਾਜ਼ਾ ਕਹਿੰਦਾ, ਮੇਰਾ ਗੈਸ ਕਹਿੰਦਾ ਵੀ 2 ਵਜੇ ਇਸ਼ਨਾਨ ਕੀਤਾ ਉਹ। 2 ਵਜੇ ਉਹਨਾਂ ਇਸ਼ਨਾਨ ਕੀਤਾ, ਉਹ ਫਿਰ ਨਿਤਨੇਮ ਕੀਤਾ, ਤੇ ਫਿਰ ਉਹਨਾਂ ਫੁੱਲ ਤੋੜ ਕੇ ਤੇ ਰੱਸੀ 'ਚ ਪਰੋ ਕੇ ਹਾਰ ਬਣਾਇਆ। ਜਿੱਦਣ ਪਹਿਲਾ ਪ੍ਰਕਾਸ਼ ਸੀ ਮੇਰੇ ਬਾਪੂ ਗੁਰੂ ਗ੍ਰੰਥ ਸਾਹਿਬ ਦਾ, ਜਦੋਂ ਦਾਸ ਨੇ ਪ੍ਰਕਾਸ਼ ਕੀਤਾ ਤੇ ਉਹਨਾਂ ਲਿਆ ਕੇ ਮੈਨੂੰ ਦਿੱਤਾ। ਕਹਿੰਦੇ ਭਾਈ ਸਾਹਿਬ ਜੀ ਭੇਟਾ ਕਰੋ, ਤੇ ਮੈਂ ਖੋਲ ਕੇ ਮਹਾਰਾਜ ਦੇ ਸਰੂਪ ਤੇ ਦਿੱਤਾ। ਤੇ ਸਵੇਰੇ 8 ਵਾਲੀ ਕਥਾ ਤੋਂ ਬਾਅਦ ਇੱਕ ਆਇਆ, ਕਹਿੰਦੇ ਬਾਬਾ ਜੀ ਇਹ ਮਨਮਤ ਨਹੀਂ ਹੈ, ਕੋ ਸਤਨਾਮ। ਮੈਂ ਆਖਿਆ ਵੀ ਕਿੱਦਾਂ? ਕਹਿੰਦੇ ਗੁਰੂ ਤੇ ਸ਼ਬਦ ਆ, ਗੁਰੂ ਨੇ ਕਿਹੜਾ ਫੁੱਲ ਸੁੰਘਣੇ ਆ ਤੇ ਇਹ ਕਾਹਤੋਂ ਚੜਾਏ? ਮੈਂ ਕਿਹਾ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਕਿੰਨੇ ਵਜੇ ਉੱਠਿਆ? ਕਹਿੰਦਾ ਉੱਠ ਪਏ ਜੀ 7 ਵਜੇ। ਮੈਂ ਕਿਹਾ ਨਿਤਨੇਮ ਕਰਦਾ ਹੁੰਦਾ? ਕਹਿੰਦਾ ਜੀ ਨਹੀਂ, ਉੱਦਾਂ ਕਹਿੰਦਾ ਮਹਾਰਾਜ ਕਹਿੰਦੇ ਦਿਲ ਸਾਫ਼ ਚਾਹੀਦਾ। ਕਹਿੰਦਾ ਦਿਲ, ਹਾਂ ਨਿਤਨੇਮ ਦੀ ਲੋੜ ਨਹੀਂ। ਮੈਂ ਕਿਹਾ ਬਾਬੇ ਨਾਨਕ ਦਾ ਦਿਲ ਮੈਲਾ ਸੀ, ਗੁਰੂ ਗੋਬਿੰਦ ਸਿੰਘ ਦਾ ਦਿਲ ਮਾੜਾ ਸੀ ਵੀ ਉਹਦੇ ਪੁੱਤ ਸ਼ਹੀਦ ਹੋਏ, ਤੇ ਉਹ ਕਹਿੰਦਾ ਆਸਾ ਦੀ ਵਾਰ ਦਾ ਕੀਰਤਨ ਕਰੋ। ਤੇ ਬਾਅਦ ਵਿੱਚ ਕਹਿਣ ਲੱਗਾ ਜੀ ਨਹੀਂ ਤੁਸੀਂ ਤਾਂ ਜ਼ਿਆਦਾ ਲੈ ਗਏ ਸੀਰੀਅਸ। ਮੈਂ ਕਿਹਾ ਵੀ ਇਹਨੂੰ ਲੋੜ ਨਹੀਂ ਹੈ। ਤੇ ਮੈਂ ਕਿਹਾ ਲੋੜ ਤੇ ਫਿਰ ਆਪਾਂ ਨੂੰ ਵੀ ਨਹੀਂ ਕੱਪੜਿਆਂ ਦੀ, ਆ ਕਿੰਨੇ ਨੂੰ ਮੀਟਰ ਪਾਈ ਫਿਰਦੇ, ਜੰਮੇ ਤਾਂ ਨੰਗੇ ਆ, ਤੇ ਨੰਗਿਆਂ ਨੇ ਜਾਣਾ ਫਿਰ ਕਿਉਂ ਪਾਏ ਐ? ਕਾਹਤੋਂ ਇਹਨੇ ਸੋਹਣੇ ਵੱਡੇ ਘਰ ਬਣਾਤੇ ਕਰੋੜ ਕਰੋੜ ਲਾ ਕੇ? ਕੀ ਲੋੜ ਸੀ? ਮਾਰੇ ਕਹਿੰਦੇ ਜੈਸੇ ਰਹਿਣ ਪ੍ਰਾਹੁਣੇ, ਵੀ ਆਪਾਂ ਵੀ ਸਾਰੇ ਪ੍ਰਾਹੁਣੇ ਆ, ਆਪਣਾ ਤਾਂ ਸਰਦਾ ਸੀ। ਨਾਲੇ ਆਪਾਂ ਜਿਹੜਾ 25 ਲੱਖ ਦਾ ਸੋਨਾ ਪਾਇਆ ਗਲ 'ਚ, ਇਹ ਕਿੱਥੇ ਲਿਖਿਆ? ਇਹ ਤਾਂ ਪਾਇਆ ਹੀ ਨਹੀਂ, ਆਪਾਂ ਨੰਗੇ ਆਏ ਆ। ਇਹ ਤੇ ਫਿਰ ਕਹਿੰਦੇ ਨਹੀਂ ਜੀ ਇਦਾਂ। ਇਸ ਕਰਕੇ ਕਈ ਵਾਰੀ ਨਾ ਬੰਦਾ ਜੀਵਨ ਨਹੀਂ ਹੁੰਦਾ ਤੇ ਵੱਡੀ ਗੱਲ ਕਹਿ ਦਿੰਦਾ, ਪਰ ਅਗਲੇ ਦਾ ਪਿਆਰ ਵੇਖ, ਕਿੰਨੇ ਵਜੇ ਉੱਠਿਆ, ਕਿੰਨੀ ਰੀਝ ਲਾ ਕੇ ਉਹਦੀ ਭਾਵਨਾ ਵੇਖ, ਤੇ ਤੂੰ 7 ਵਜੇ ਆ ਕੇ ਉਹਨੂੰ ਰਿਜੈਕਟ ਕਰਤਾ। ਇਸ ਕਰਕੇ ਮਹਾਰਾਜ ਦੇ ਪਿਆਰਿਆਂ ਦੇ ਬਚਨ ਨੇ, ਕਹਿੰਦੇ ਮੰਦਰ ਢਾਹ ਦੇ, ਢਾਹ ਦੇ ਜੋ ਕੁਝ, ਪਰ ਕਿਸੇ ਦਾ ਰੱਬ ਵੇਖਿਆ ਕਿਸੇ ਨੇ ਦਿਲਾਂ 'ਚ ਹੈ। ਅਸੀਂ ਦਿਲ ਹੀ ਇੰਨੇ ਜ਼ਖਮੀ ਕੀਤੇ ਆ, ਮਨੋਂ ਹੀ ਲੈ ਗਏ ਦੁਨੀਆ ਦੇ। ਦਿਲਾਂ ਦੇ ਵਿੱਚ ਪਿਆਰ ਪੈਦਾ ਕਰੋ। ਕਿਸੇ ਨੂੰ ਜੋੜਿਆ ਜ਼ਿੰਦਗੀ 'ਚ? ਹੱਥ ਖੜਾ ਕਰਕੇ ਕਹਿ ਦਿਓ, ਮੈਂ ਕਹਿ ਸਕਦਾ, ਮੈਂ ਮੈਨੂੰ ਗੁਰੂ ਤੇ ਮਾਣ ਹੈ। 21 ਸਿੰਘਾਂ ਨੂੰ ਅੰਮ੍ਰਿਤ ਛਕਾਇਆ ਦਾਸ ਨੇ, ਉਹ ਵੀ ਉਹਨਾਂ ਨੂੰ ਜਿਹੜੇ ਕਲੀਨ ਸ਼ੇਵ ਸੀ। ਉਹਨਾਂ ਨੂੰ ਕਿਹਾ ਚੌਰ ਕਰੋ, ਕਹਿੰਦੇ ਬਾਬਾ ਜੀ ਅਸੀਂ ਸ਼ਰਾਬ ਪੀਨੇ। ਮੈਂ ਕਿਹਾ ਫਿਰ ਕੀ ਹੋ ਗਿਆ, ਆ ਇੱਧਰ ਕਰ ਸੇਵਾ। ਕੌਡਾ ਰਾਖਸ਼ ਕਿਹੜਾ ਅੰਮ੍ਰਿਤ ਧਾਰੀ ਸੀ? ਪਹਿਲੇ ਦਿਨ ਮਹਾਰਾਜ ਨੇ ਉਹਨੂੰ ਗਲ ਵਕੜੀ ਪਹਿਲੀ, ਤੇ ਬਾਬਾ ਨਾਨਕ ਕਹਿੰਦਾ ਪਿਛਾਂ ਹੋ ਜਾਵੇ ਤੋਂ,
ਤੇ ਤੂੰ ਤਾਂ ਪਾਪੀ ਬੰਦਾ ਨਹੀਂ। ਅੱਜ ਪਿਆਰ ਦੀ ਲੋੜ ਹੈ, ਪਿਆਰ ਕਰਨ ਦੀ ਲੋੜ ਹੈ। ਪਿਆਰ ਦੇ ਨਾਲ ਉਹ ਐਸੇ ਲੜ ਲੱਗੇ। ਹੁਣ ਹੋ ਸਕਦਾ ਮੈਂ ਨਾਗਾ ਪਾ ਜਾ, ਪਰ ਉਹ ਨਾਗਾ ਨਹੀਂ ਪਾਉਂਦੇ। ਤੇ ਗੁਰੂ ਸਾਹਿਬ ਨੇ ਸਾਨੂੰ ਪਿਆਰ ਹੀ ਕਿਹਾ, ਜਿਨ ਪ੍ਰੇਮ ਕੀਓ ਨਫ਼ਰਤ ਨਾ ਕਰੋ। ਸੰਗਤ ਜੀ, ਪਿਆਰ ਦੀ ਲੋੜ ਹੈ। ਪਿਆਰ ਦੇ ਨਾਲ ਕਿਹੜੀ ਚੀਜ਼ ਦਾ ਹੱਲ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਕਹਿੰਦੇ, ਕਈ ਸੰਗਤਾਂ ਫੁੱਲ ਤੋੜ ਕੇ ਲਿਆਈਆਂ। ਫੁੱਲ ਉਹਦੇ ਹੀ ਆ, ਉਹਨੂੰ ਦੇ ਦਾਂਗੇ ਫਿਰ ਕੀ ਹੋ ਜਾਏਗਾ। ਵੈਸੇ ਵੀ ਤੇ ਉਹਦੇ ਹੀ ਆ ਕੁਦਰਤ, ਪਰ ਕਹਿੰਦੇ ਉੱਥੇ ਟੋਕਰੀ 'ਚ ਪਾ ਕੇ ਤੇ ਫਿਰ ਮੰਜਨ ਫੂਲਣ ਅੰਜਨ ਡਾਰੈ। ਮਹਾਰਾਜ ਦੇ ਤਖਤ ਤੇ ਬੈਠੇ ਗੁਰੂ ਨਾਨਕ ਸਾਹਿਬ, ਤੇ ਸੰਗਤਾਂ ਇਦਾਂ ਫਿਰ ਫੁੱਲ ਸੁੱਟਦੀਆਂ ਹਨ, ਤੇ ਨਾਲ ਚੰਦਨ ਕਪੂਰ ਜੋ ਵੀ ਭਾਵਨਾ ਹੈ ਉਸ ਦੇ ਨਾਲ ਪ੍ਰੇਮ ਨਾਲ। ਸਾਧ ਸੰਗਤ ਮਹਿਸੂਸ ਹੋਇਆ ਨਾ ਕੁਛ? ਘਬਰਾਹਟ ਜੀ ਹੁੰਦੀ ਨਾ ਗਰਮੀ ਨਾਲ। ਇੱਕ ਚੀਜ਼ ਮਹਿਸੂਸ ਕਰੋ ਹੁਣ ਇੱਥੇ ਹੀ, ਇੰਨੀ ਚੀਜ਼ 'ਚ ਹੀ, ਵੀ ਜਿਹਦੇ ਘਰ ਆਪਾਂ ਰੋਜ਼ ਬਹਿੰਦੇ ਤੱਤੀ ਤਵੀ ਤੇ ਕਿੱਦਾਂ ਦਾ ਮਹਿਸੂਸ ਹੋਇਆ ਉਹ। 2 ਮਿੰਟ ਘਬਰਾਹਟ ਜੀ ਹੋਣ ਲੱਗ ਪਈ ਨਾ। ਇਹ ਵੇਖਿਆ ਕਰੋ, ਧੰਨ ਮੇਰੇ ਗੁਰੂ ਅਰਜਨ ਸਾਹਿਬ, ਤੂੰ ਧੰਨ ਹੈ। ਤੱਤੀ ਲੋ, ਤੱਤਾ ਹੀ ਰੇਤਾ ਪੈਂਦਿਆ, ਤੇ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਮੀਠਾ। ਆਪਾਂ ਏਸੀਆਂ 'ਚ ਬਹਿ ਕੇ ਵੀ ਨਹੀਂ ਕਦੇ ਆਖਿਆ ਤੇਰਾ ਕੀਆ ਮੀਠਾ ਲੱਗੇ। ਸ਼ੁਕਰ ਕਰੀ ਜਾਇਆ ਕਰੋ। ਅਤ ਉਤਸਵ ਸੋਪੁਰ ਪਾਪੂਰਨ, ਕੀਰਤ ਪਸਰੀ ਪਾਵਨ ਰੂਰਨ। ਕਹਿੰਦੇ ਸਾਰੇ ਸ਼ਹਿਰ ਨੂੰ ਇੰਨਾ ਸੋਹਣਾ ਬਣਾਤਾ ਸੰਗਤ ਨੇ। ਗਲੀਆਂ ਗਲੀਆਂ ਦੇ ਵਿੱਚ ਕੱਖ ਨਹੀਂ ਨਜ਼ਰ ਆਉਂਦਾ। ਆਖੋ ਵਾਹਿਗੁਰੂ। ਸੱਚੀ ਗੱਲ, ਸੰਗਤੇ ਨੀਤ ਸਾਫ਼ ਹੋ ਜੇ ਨਾ, ਸੋਨੇ ਦੀ ਧਰਤੀ ਬਣ ਸਕਦੀ। ਸੰਗਤਾਂ ਅੱਗੇ ਕੁਛ ਨਹੀਂ ਅੜਦਾ ਹੈ। ਜੋ ਮਰਜ਼ੀ ਕਰ ਲਓ ਤੁਸੀਂ, ਪਿਆਰ ਨਾਲ ਲੜੋ ਨਾ। ਬਸ ਮੈਂ ਤਾਂ ਇਹੋ ਹੱਥ ਜੋੜਦਾ ਰਹਿਣਾ, ਸੰਗਤ ਜੀ ਲੜਿਆ ਨਾ ਕਰੋ। ਘਰੇ ਵੀ ਨਾ ਲੜੋ, ਗੁਰੂ ਘਰ ਵੀ ਨਾ ਲੜੋ। ਜੇ ਆਪਾਂ ਸਾਰੇ ਇਕੱਠੇ ਹੋਈਏ, ਕੋਈ ਕੰਮ ਐਸਾ ਨਹੀਂ ਜਿਹੜਾ ਨਾ ਹੋਵੇ। ਕੀ ਹੋ ਸਕਦਾ ਏਦਾਂ? ਆਪਾਂ ਆਮ ਹੀ ਗੱਲ ਕਰਦੇ ਨਾ, ਗੁਰੂ ਘਰ ਦੇ ਵਿੱਚ ਸੇਵਾ ਤੋਂ ਕਈ ਗੱਲਾਂ ਹੋ ਜਾਂਦੀਆਂ ਜੀ। ਮੈਂ ਕਹਿੰਦਾ ਜੇ ਸੰਗਤ ਚਾਹਵੇ ਕੀ ਨਹੀਂ ਹੁੰਦਾ। ਆ ਬੌਲੀ ਸਾਹਿਬ ਨੂੰ 25-30 ਪਿੰਡ ਲੱਗਦੇ ਆ, ਜਿਨ੍ਹਾਂ ਦੇ ਵਿੱਚ ਸੰਗਤਾਂ ਸ਼ਰਧਾ ਵਾਲੀਆਂ। ਇੱਕ ਪਿੰਡ ਨੂੰ ਇੱਕ ਮੱਸਿਆ ਦੀ ਦੇ ਮਹੀਨੇ ਦੀ ਸੇਵਾ, ਤੇ 12 ਮਹੀਨੇ ਆ ਸਾਲ ਦੇ, ਹਨਾ। ਪਰ ਪਿਆਰ ਹੋਵੇ ਤਾਂ ਰਲ ਕੇ। ਕਥਾ ਤੇ ਇਹੋ ਹੀ ਸਿਖਾਉਂਦੀ, ਹੋਏ ਇਕੱਤਰ, ਜੇ ਕਿਤੇ ਇਕੱਠੇ ਹੋ ਜਾਈਏ ਮਹਾਰਾਜ ਦੇ ਆਖੇ ਲੱਗ ਕੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਆਰ ਹੀ ਇੰਨਾ ਕੁ ਵਰਤਾਇਆ। ਕਹਿੰਦੇ ਸਾਰਾ ਨਗਰ, ਜਿਸ ਨਗਰ ਦੇ ਵਿੱਚ ਕਦੇ ਕਿਸੇ ਨੂੰ ਪਤਾ ਹੀ ਨਹੀਂ ਸੀ ਸੇਵਾ ਕਿਹਨੂੰ ਕਹਿੰਦੇ ਆ, ਸਿਮਰਨ ਕਿਹਨੂੰ ਕਹਿੰਦੇ ਆ, ਪਿਆਰ ਕਿਹਨੂੰ ਕਹਿੰਦੇ, ਗੁਰੂ ਨਾਨਕ ਦੇ ਜਾਣ ਦੇ ਸਾਰੀ ਉਸ ਧਰਤੀ ਚੋਂ ਮਹਿਕਾਂ ਖਿੜ ਗਈਆਂ। ਚੰਦ ਕਲਾਰੇ ਰਾਣੀ ਸੰਗਾਇ, ਆਵਾ ਭੂਪਤ ਹਿਰਦੇ ਉਮੰਗਾ। ਕਹਿੰਦੇ ਚੰਦ ਕਲਾ ਰਾਣੀ ਰਾਜੇ ਸ਼ਿਵਨਾਬ ਦੀ ਘਰ ਵਾਲੀ। ਆਖੋ ਸਤਨਾਮ। ਕਹਿੰਦੇ ਦੋਵੇਂ ਜੀ ਹਿਰਦੇ ਦੇ ਵਿੱਚ ਭੇਟਾ ਲੈ ਕੇ, ਪਿਆਰ ਦੀ ਇੱਕ ਭੇਟਾ ਹੁੰਦੀ, ਦੂਜੀ ਜਿੱਦਾਂ ਰੁਮਾਲਾ ਹੋ ਗਿਆ, ਕੜਾਹ ਪ੍ਰਸ਼ਾਦ ਹੋ ਗਈ, ਪੈਸੇ ਹੋ ਗਏ, ਲੰਗਰ ਵਾਸਤੇ ਰਸਤਾਂ ਵਸਤਾਂ। ਤੇ ਮਾਰੇ ਕਹਿੰਦੇ ਜੇ ਤੇਰੇ ਕੋਲ ਕੁਛ ਨਹੀਂ ਨਾ ਹੈਗਾ, ਆਪਣੇ ਹਿਰਦੇ 'ਚ ਪਿਆਰ ਲੈ ਕੇ ਮੇਰੇ ਕੋਲ ਆ ਜਾ, ਮੈਂ ਉਹ ਵੀ ਪ੍ਰਵਾਨ ਕਰਨਾ। ਪਿਆਰ ਲੈ ਕੇ ਆ ਜਾ। ਪਿਆਰ ਹੀ ਚਾਹੀਦਾ ਹੈ ਸਾਧ ਸੰਗਤ ਜੀ। ਹਿਰਦੇ ਦੇ ਅੰਦਰ ਪਿਆਰ ਬਣ ਗਿਆ ਤੇ ਹਿਰਦਾ ਵਸਦਾ ਹੋਵੇਗਾ। ਪੂਜਾ ਕੀਨ ਖੋੜਸ ਪ੍ਰਕਾਰ, ਕੰਚਚ ਥਾਰ ਹਾਥ ਨਿਜ ਧਾਰਾ। ਕਹਿੰਦੇ 16 ਪ੍ਰਕਾਰ ਦੀ ਪੂਜਾ ਕੀਤੀ ਰਾਜੇ ਸ਼ਿਵਨਾਬ ਨੇ। ਜਿੱਦਾਂ ਬੀਬੀਆਂ ਦਾ ਜ਼ਿਕਰ ਆਇਆ ਸੀ ਨਾ ਵੀ ਮਾਈਆਂ ਦੇ 16 ਸ਼ਿੰਗਾਰ ਆ, ਇੱਥੇ ਹੁਣ ਕਵੀ ਜੀ ਕਹਿੰਦੇ 16 ਪ੍ਰਕਾਰ ਦੀ ਸੇਵਾ ਹੈ। ਪਹਿਲੀ ਸੇਵਾ ਕੀ? ਸੋਨੇ ਦਾ ਥਾਲ ਹੱਥਾਂ ਦੇ ਵਿੱਚ ਪਕੜਿਆ ਚੰਦ ਕਲਾ ਰਾਣੀ ਨੇ। ਇਹ ਕੌਣ ਸੀ ਭਲਾ ਜੀ? ਰਾਜੇ ਸ਼ਿਵਨਾਬ ਦੀ ਰਾਣੀ। ਤੇ ਕਹਿੰਦੇ ਕੰਚਨ ਥਾਲ ਹਾਥ ਨਿਜ ਧਾਰਾ, ਸੋਨੇ ਦੀ ਵੱਡੀ ਸਾਰੀ ਥਾਲੀ ਉਸ ਰਾਣੀ ਨੇ ਪਕੜਨਾ ਕੀਤੀ। ਬਾਰ ਚੌਮੁਖੇ ਤਾਂ ਮਹਿੰਦੀਪ, ਕਰੀ ਆਰਤੀ ਪੁਨ ਅਵਨੀਪਾ। ਕਹਿੰਦੇ ਉਸ ਸੋਨੇ ਦੀ ਥਾਲੀ ਵਿੱਚ ਸੋਨੇ ਦੇ 4 ਦੀਵੇ ਰੱਖੇ, ਉਹਨਾਂ ਦੇ ਵਿੱਚ ਘਰ ਦਾ ਦੇਸੀ ਘਿਓ ਪਾਇਆ। ਪਿਆਰ ਆ ਨਾ। ਹੁਣ ਬੇਰ ਸਾਹਿਬ ਜੋਤ ਜਗਨ ਦੀ ਸ਼ਹੀਦਾਂ ਸਾਹਿਬ,
ਤੇ ਕਈ ਇੰਨਾ ਜ਼ੋਰ ਲਾਉਂਦੇ ਵੀ ਕਿਸੇ ਤਰ੍ਹਾਂ ਇਹ ਜੋਤ ਨੂੰ ਬੁਝਾ ਦਈਏ, ਵਕਤ ਨੂੰ ਫੜੇ ਪਏ। ਕਈ ਕਹਿਣਗੇ 4-5 ਦਿਨ ਪਹਿਲਾਂ ਬੇਰ ਸਾਹਿਬ ਦਾਸ ਨੇ ਹਾਜ਼ਰੀ ਭਰੀ, ਕਥਾ ਕਰਕੇ ਅਸੀਂ ਬੇਰੀ ਥੱਲੇ ਗਏ ਤੇ ਉਹ ਬੇਰੀ ਨੂੰ ਪੁੱਛਿਆ ਵੀ ਤੂੰ ਧੰਨ ਹੈ, ਭਾਗਾਂ ਵਾਲੀ ਹੈ ਤੂੰ, ਮੇਰੇ ਨਾਨਕ ਨੇ ਤੈਨੂੰ ਆਪਣੇ ਮੁਖ ਦੇ ਵਿੱਚ ਪਾਇਆ, ਤੈਨੂੰ ਚੁੰਮਿਆ ਹੈ, ਤੂੰ ਗੁਰੂ ਨਾਨਕ ਦੇ ਮੁਖ ਨੂੰ ਮਾਣਿਆ। ਇਹ ਕਈਆਂ ਦਾ ਇਹ ਵੀ ਜ਼ੋਰ ਲੱਗਦਾ, ਕਹਿੰਦੇ ਜੀ ਰੁੱਖ ਨੂੰ ਮੱਥਾ ਟੇਕ ਦਿਓ, ਇਹਨੂੰ ਪੁੱਟ ਦਿਓ। ਇੱਥੇ ਤੇ ਮਹਾਰਾਜ ਜੀ ਰਾਖਾ, ਅਗਰ ਬਸ ਨਹੀਂ ਚੱਲਦਾ, ਨਹੀਂ ਤੇ ਛੱਡਣ ਨਾ ਕੁਝ। ਕਈ ਕਹਿਣਗੇ ਹੱਟ ਸਾਹਿਬ ਕਹਿੰਦੇ ਜੀ ਪੱਥਰਾਂ ਨੂੰ ਮੱਥਾ ਟੇਕਦਾ, ਤੇ ਮੈਂ ਕਿਹਾ ਉਹ ਪੱਥਰ ਨਹੀਂ ਰਹੇ, ਉਹਨਾਂ ਨੂੰ ਗੁਰੂ ਨਾਨਕ ਨੇ ਹੱਥ ਵਿੱਚ ਲੈ ਕੇ ਉਹਨਾਂ 'ਚ ਪਿਆਰ ਭਰਤਾ। ਪੱਥਰ ਤੇ ਆਪਾਂ ਵਾਂ ਜਿਨ੍ਹਾਂ ਨੂੰ 20 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ, ਅਜੇ ਮੱਥੇ ਤੋਂ ਤੇੜੀਆਂ ਨਹੀਂ ਜਾਣਦੀਆਂ ਹੈ। ਉੱਦਾਂ ਕਹਿੰਦਾ ਸਭਨਾ ਜੀਆਂ ਕਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਸੋਨੇ ਦਾ ਥਾਲ, ਸੋਨੇ ਦੇ 4 ਦੀਵੇ ਤੇ ਵਿੱਚ ਦੇਸੀ ਘਿਓ ਪਾ ਕੇ, ਤੇ ਰਾਣੀ ਨੇ ਆਪ, ਨੌਕਰਾਂ ਚਾਕਰਾਂ ਤੋਂ ਨਹੀਂ, ਸ਼ਰਧਾ ਵੇਖੋ, ਆਪ ਤਿਆਰ ਕੀਤਾ ਤੇ ਲਿਆਉਣਾ ਕੀਤਾ। ਜੈ ਜੈ ਧੁਨ ਧਰਮਸ਼ਾਲਾ ਪੂਰੀ, ਹੋਏ ਦੀਨ ਬਿਨਤੀ ਕਰੂਰੀ। ਕਹਿੰਦੇ ਪੂਰੀ ਧਰਮਸ਼ਾਲਾ ਗੂੰਜ ਉੱਠੀ, ਜਿੱਦਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਨਾ, ਤੁਸੀਂ ਬੈਠੇ ਹੋ ਜਿੱਦਾਂ ਭੈਣ ਜੀ ਹੋਣੀ, ਗੁਰੂ ਕੀ ਸੰਗਤ ਸਾਰੇ ਜਿਹੜੇ ਪਿਆਰ ਕਰਦੇ ਨਾ ਸੰਗਤ ਨੂੰ। ਇੱਕ ਦਿਨ ਬਚਨ ਕੀਤਾ, ਕਹਿੰਦੇ ਵੀਰ ਜੀ ਜਦੋਂ ਸੰਗਤ ਉੱਠ ਕੇ ਜਾਂਦੀ ਉਦੋਂ ਜੀ ਨੂੰ ਕੁਛ ਹੁੰਦਾ ਵੀ ਇੰਨੀਆਂ ਰੂਹਾਂ ਮਿਲੀਆਂ ਹਨਾ, ਇਹ ਚੱਲੇ ਹੁਣ ਸਮਾਪਤੀ ਹੋ ਗਈ। ਇਹ ਉਹੀ ਕਹਿ ਸਕਦਾ ਜਿਹਦੇ ਅੰਦਰ ਪਿਆਰ ਆ, ਕਿਉਂਕਿ ਆਪਾਂ ਵਿਦੇਸ਼ਾਂ 'ਚ ਜਾਣਾ, ਉੱਥੇ ਆਪਾਂ ਨੂੰ ਆਹ ਚੀਜ਼ ਨਹੀਂ ਮਿਲਣੀ। ਉੱਥੇ ਤੇ ਬਸ ਬੋਰੀ ਕੱਸਣੀ ਆ। ਬਾਬੇ ਨੰਦ ਸਿੰਘ ਦੀ ਯਾਦ ਆ ਜਾਂਦੀ, ਕਹਿੰਦੇ ਬੜਾ ਖੋਤਿਆ ਆਵੇ ਹੇਠ, ਆਵਾ ਤੇਰਾ ਮੁੱਕਣਾ ਨਹੀਂ ਤੇ ਖਹਿੜਾ ਤੇਰਾ, ਨਾ ਸ਼ਿਵਟਾਂ ਮੁੱਕਣੀਆਂ ਤੇ ਨਾ ਖਹਿੜਾ ਛੁੱਟਣਾ। ਇੱਦਾਂ ਦਾ ਲਾਲਚ ਹੈ ਵੀ ਦਗੜ ਦਗੜੀ ਹੋਈ ਜਾਂਦੀ ਆ। ਆ ਤਾਂ ਪੰਜਾਬ ਦੀ ਧਰਤੀ ਜਿੱਥੇ ਸੰਗਤਾਂ ਸੱਜਦੀਆਂ, ਮੇਲੇ ਵੇਂਦੀਆਂ, ਹੱਸਦੀਆਂ, ਭੰਗੂੜੇ ਝੂਟਦੀਆਂ। ਇਹ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਹੈ। ਇਸ ਕਰਕੇ ਜਿਹਨੂੰ ਪਿਆਰ ਆ ਨਾ, ਉਹ ਕਹਿੰਦਾ ਵੀ ਸੰਗਤ ਇੱਦਾਂ ਹੀ ਰਵੇ, ਜਾਵੇ ਨਾ। ਉੱਥੇ ਵੀ ਕਹਿੰਦੇ ਸੰਗਤਾਂ ਦਾ ਹਾੜ ਆ ਗਿਆ, ਮਹਾਰਾਜ ਸਜੇ ਬੈਠੇ ਧਰਮਸ਼ਾਲਾ 'ਚ, ਤੇ ਖੁਦ ਰਾਜਾ ਤੇ ਰਾਣੀ ਸੋਨੇ ਦਾ ਥਾਲ ਵਿੱਚ ਦੀਵੇ ਦੇਸੀ ਘਿਓ ਦੇ ਤੇ ਆਰਤੀ। ਅੱਜ ਵੀ ਸੰਪਰਦਾਇ ਬਾਬਾ ਬਿਧੀ ਚੰਦ, ਨਿਹੰਗ ਸਿੰਘ ਜਥੇਬੰਦੀਆਂ, ਉਹਨਾਂ ਦੀ ਮਰਜ਼ਾਦਾ ਆਪਣੀ ਆ। ਲੋਕੀ ਕਹਿੰਦੇ ਮਾਨਵਤਾ, ਪਰ ਉਹ ਸਾਧੂ ਨਹੀਂ ਕਿਸੇ ਦੀ ਪਰਵਾਹ ਕਰਦੇ। ਉਹ ਅੱਜ ਵੀ ਨਿਹੰਗ ਸਿੰਘ ਰਾਤ ਨੂੰ ਜਦੋਂ ਆਰਤੀ ਕਰਦੇ ਨਾ, ਤੇ ਉਹ ਏਦਾਂ ਦੇਸੀ ਘਿਓ ਦੀਵੇ ਜਗਾ ਕੇ ਤੇ ਥਾਲ ਨਹੀਂ ਕਰਦੇ, ਆਖੋ ਸਤਿਨਾਮ। ਤੇ ਕਿਸੇ ਨੇ ਇਹ ਗੱਲ, ਕਿਉਂਕਿ ਸੱਚ ਇਹ ਆ ਸੰਗਤ ਜੀ ਵੀ ਜਿਹੜੇ ਨਿਹੰਗ ਸਿੰਘ ਗੁਰੂ ਕੇ ਹੈ, ਉਹਨਾਂ ਪੁਰਾਤਨ ਚੀਜ਼ ਸਾਂਭੀ। ਉਹ ਕਹਿੰਦੇ ਵੀ ਤੁਸੀਂ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਸ਼ਬਦ ਆ, ਗੁਰੂ ਗ੍ਰੰਥ ਸਾਹਿਬ ਗਿਆਨ ਹੈ। ਕਹਿੰਦੇ ਅਸੀਂ ਹੋਰ ਨਹੀਂ ਕੋਈ ਸਮਝਦੇ, ਅਸੀਂ ਸਮਝਦੇ ਹਾਂ ਵੀ ਗੁਰੂ ਤਖਤ ਤੇ ਆਪ ਹੀ ਹਾਜ਼ਰ। ਫਰਕ ਇੰਨਾ, ਉਹਨਾਂ ਦੀ ਸ਼ਰਧਾ ਇੱਦਾਂ ਦੀ ਹੈ, ਉਹ ਇਹ ਚੀਜ਼ ਸਮਝਦੇ ਪੂਰੀ ਵੀ ਗੁਰੂ ਸਾਹਿਬ ਅੱਜ ਵੀ ਹਾਜ਼ਰ ਹਜ਼ੂਰ ਬੈਠੇ। ਬਾਬਾ ਨਿਧਾਨ ਸਿੰਘ ਨੂੰ ਮਿਲ ਕੇ ਤੇ ਗਏ ਨਾ ਮਹਾਰਾਜ, ਸੱਚਖੰਡ ਜਾਣ ਤੋਂ ਬਾਅਦ ਹੀ ਮਿਲੇ। ਉਹਦੇ ਉੱਠ ਕੇ ਚੱਲਿਆ ਸੀ ਪੀਪਾ ਚੁੱਕ ਕੇ, ਮਹਾਰਾਜ ਸਾਹਿਬ ਕਹਿੰਦੇ ਬਹਿ ਜਾ, ਕਹਿੰਦੇ ਪਾਤਸ਼ਾਹ ਲੰਗਰ ਚਲਾਉਣਾ ਤੇ ਨਾ ਤੇ ਆਟਾ ਹੀ ਆ। ਪਤਾ ਸਾਰਿਆਂ ਨੂੰ ਬਾਬੇ ਨਿਧਾਨ ਦੇ ਇਤਿਹਾਸ ਦਾ, ਤੇ ਲੜਦੇ ਫੇਰ ਪੀਪਿਆਂ ਤੋਂ ਲੜੀ ਜਾਂਦੇ ਹੈ। ਇਹ ਇੱਕ ਤੇਲ ਦਾ ਪੀਪਾ ਇਹਨੇ ਫੜਿਆ, ਇੱਕ ਮੈਂ ਫੜਿਆ, ਮੈਂ ਕਹਿੰਦਾ ਇਹ ਪੀਪਾ ਮੇਰਾ, ਇਹ ਕਹਿੰਦਾ ਮੇਰਾ। ਤੇ ਬਾਬਾ ਨਿਧਾਨ ਸਿੰਘ ਨੇ ਆਖਿਆ ਪਾਤਸ਼ਾਹ ਮੇਰਾ ਜੀ ਕਰਦਾ ਤੇਰੀਆਂ ਸੰਗਤਾਂ ਨੂੰ ਲੰਗਰ ਛਕਾਵਾਂ, ਪਰ ਮੇਰੇ ਕੋਲ ਕੁਛ ਨਹੀਂ। ਮਾਰੇ ਕਹਿੰਦੇ ਜਿਹੜਾ ਸੰਗਤਾਂ ਨੂੰ ਪਿਆਰ ਕਰੂਗਾ ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਗੀਸਾ ਮੇਰਾ ਪਿਆਰ ਕਰੀ। ਹੁਣ ਸਾਡੇ 'ਚ ਪਿਆਰ ਨਹੀਂ ਨਾ ਨਫ਼ਰਤ ਆ, ਤਾਂ ਹੀ ਨਹੀਂ ਮਾਰੇ ਸਾਨੂੰ ਦੇਣ ਦਿਆ। ਜੇ ਸੱਚਾ ਪਿਆਰ ਹੋਵੇ ਤੇ ਇਤਿਹਾਸ ਤੇ ਅੱਜ ਵੀ ਉਹੀ ਹੈ, ਗੀਸਾ ਤੇਰਾ ਤੇ ਹੱਥ ਦਿੰਦਾ ਦੇ। ਆ ਸੰਗਤਾਂ ਰੱਬ ਕਾਮ ਧੇਨ ਹੈ, ਇਹਨਾਂ ਨੂੰ ਮਾੜਾ ਜਿਹਾ ਹੁਕਮ ਕਰ ਦਿਓ ਕੋਈ, ਸੰਗਤਾਂ ਨੂੰ ਕਿਹੜਾ ਕਾਰਜ ਹੈ। ਆ ਜਿੰਨੀ ਸੰਗਤ ਬੈਠੀ ਹੈ, ਮੇਰੇ ਖਿਆਲ ਹੈ ਜੇ ਮੈਂ ਕਹਿੰਦਾ ਨਹੀਂ ਹੁੰਦਾ, ਕਿਉਂਕਿ ਬਾਬਾ ਈਸ਼ਰ ਸਿੰਘ ਦੇ ਵਚਨ ਸੀ ਵੀ ਪਰੇ ਉਪਕਾਰ ਵਾਸਤੇ ਵੀ ਜਦੋਂ ਸੇਵਾ ਮੰਗੀ ਦੀ ਬੋਝ ਬਣਦੀ। ਤੇ ਮੈਨੂੰ ਮਾਣ ਹੈ ਤੁਹਾਡੇ ਤੇ ਵੀ, ਤੁਹਾਨੂੰ ਮੈਂ ਹੁਣ ਕਹਿ ਦਾਂ ਨਾ ਵੀ ਜਿੰਨੀ ਸੰਗਤ ਬੈਠੀ, ਇੱਕ ਟੀਮ ਤੇ ਇੱਕ ਬੁਰਾ ਹੁਣੇ ਆ ਜਾਣੇ।
ਪਰ ਮਹਾਰਾਜ ਕਹਿੰਦੇ ਮੁੜ ਕੇ ਹਿਸਾਬ ਕਿਤਾਬ ਵੀ ਦੇਣਾ ਨਾ। ਸੰਗਤਾਂ ਤੇ ਕਾਮ ਤੇ ਇਹਨਾਂ ਤਾਂ ਬਚਨ ਮੰਨ ਲੈਣੇ, ਉਸੇ ਵਕਤ ਹੀ ਮੰਨ ਲੈਣੇ, ਭਾਵੇਂ ਕਿਰਾਏ ਤੇ ਲਿਆਉਣ, ਭਾਵੇਂ ਕਰਜ਼ਾ ਚੁੱਕ ਕੇ। ਕਿਉਂਕਿ ਸੰਗਤ ਵਿੱਚ ਭਾਵੇਂ ਗਰੀਬ ਬੰਦਾ ਬੈਠਾ, ਗੁਰੂ ਨੂੰ ਨਾ ਨਹੀਂ, ਇੰਨਾ ਕੁ ਯਕੀਨ ਹੈਗਾ ਏ। ਪਰ ਇੰਨਾ ਵੀ ਜਿੰਨੀ ਕੁ ਮਾਰੇ ਕਹਿੰਦੇ ਤੇਰੀ ਭਾਵਨਾ ਔਖਾ ਨਾ ਹੋਈ, ਭਾਵਨਾ ਅਨੁਸਾਰ ਕਰੀ। ਤੋ ਇਸ ਕਰਕੇ ਸਾਧ ਸੰਗਤ ਜੀ ਅੱਜ ਵੀ ਉਹ ਜਥੇਬੰਦੀਆਂ ਨੇ ਪੁਰਾਤਨ ਮਰਜ਼ਾਦਾ ਸਾਂਭੀ ਹੈ। ਕਿਉਂਕਿ ਮੈਂ ਇਤਿਹਾਸ ਮੁਤਾਬਕ ਕਹਿ ਰਿਹਾ, ਕਹਿੰਦੇ ਰਾਜੇ ਤੇ ਰਾਣੀ ਨੇ ਸੋਨੇ ਦੇ ਥਾਲ 'ਚ ਫੁੱਲ ਤੇ ਦੀਵੇ ਤੇ ਗੁਰੂ ਨਾਨਕ ਸਾਹਿਬ ਦੀ ਆਰਤੀ ਕਰ ਚਾਅ ਚੜਿਆ ਵੀ ਅੱਜ ਸਾਡੇ ਸਤਿਗੁਰੂ ਆਏ ਨੇ। ਜਿੱਦਾਂ 5 ਤਰੀਕ ਨੂੰ ਰਾਤ ਦਾ ਦੀਵਾਨ ਹੈ ਪੁਰਾਤਨ ਜੰਜ ਘਰ 'ਚ, ਅੱਜ ਕਿੰਨੀ ਹੋ ਗਈ ਜੀ? 4 ਕੱਲ ਨੂੰ। ਤੇ ਉਹ ਰਾਤ ਨੂੰ ਇਹ ਜੰਜ ਘਰ 'ਚ ਸਾਰੇ ਮਹਾਂਪੁਰਖ ਬਾਬਾ ਸ਼੍ਰੀ ਚੰਦ, ਸਾਈਂ ਮੀਆਂ ਮੀਰ, ਬਾਬਾ ਬਿਧੀ ਚੰਦ, ਭਾਈ ਬਹਿਲੋ, ਭਾਈ ਸ਼ੈਲੋ, ਭਾਈ ਪੈੜਾ, ਭਾਈ ਪੁਰਾਣਾ, ਬਾਬਾ ਬੁੱਢਾ ਜੀ, ਸੱਤਾ ਬਲਵੰਡਾ ਜੀ, ਨੱਥਮਲ ਅਬਦੁਲ ਖੈਰ, ਬਾਬਾ ਮੋਹਨ ਜੀ ਮੋਰੀ ਜੀ, ਸਾਰੇ ਮਹਾਂਪੁਰਖ ਡੱਲੇ 'ਚ ਆਏ ਬਰਾਤ ਵਿੱਚ। ਰਾਤ ਨੂੰ ਉਸ ਜੰਜ ਘਰ 'ਚ ਸਜੇ ਜਿੱਥੇ ਆਪਾਂ ਦੀਵਾਨ ਸਜਾਉਣੇ। ਇਸੇ ਤਰ੍ਹਾਂ ਕਹਿੰਦੇ ਗੂੰਜ ਉੱਠੀ ਧਰਮਸ਼ਾਲਾ ਸੰਗਤਾਂ ਦੇ ਨਾਲ। ਭੋ ਪ੍ਰਭ ਮੁਝੈ ਸਨਾਥ ਕਰੀਜੈ, ਚਰਨ ਸ਼ਰਨ ਕੋ ਪਰਨਾ ਦੀਜੈ। ਕਹਿੰਦੇ ਰਾਜੇ ਤੇ ਰਾਣੀ ਨੇ ਆਰਤੀ ਕੀਤੀ, ਰੂਹ ਨਾ ਆਖੋ ਵਾਹਿਗੁਰੂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪੁੱਤ ਬਸ ਕਰੋ, ਕੀ ਚਾਹੀਦਾ ਤੁਹਾਨੂੰ? ਕਹਿੰਦੇ ਮਹਾਰਾਜ ਤੁਸੀਂ ਚਾਹੀਦੇ। ਵੀ ਮਹਿਲ ਵੀ ਕੋਲੇ ਆ, ਸਾਰਾ ਕੁਝ ਕੋਲੇ, ਕਮੀ ਥੋੜਾ ਸੀ, ਇੱਕ ਕਮੀ ਸੀ ਤੇ ਪਿਆਰ ਦੀ। ਅੱਜ ਵਾਕਿਆ ਹੀ ਕਈਆਂ ਨੂੰ ਮੈਂ ਮਿਲਦਾ ਰਹਿਣਾ ਘਰਾਂ 'ਚ, ਉਹਨਾਂ ਕੋਲ ਪੈਸਾ ਬਹੁਤ, ਕੱਪੜਾ, ਗੱਡੀਆਂ, ਕੋਠੀਆਂ, ਪਰ ਉਹਨਾਂ ਨੂੰ ਪਿਆਰ ਨਹੀਂ ਮਿਲਦਾ। ਪਿਆਰ ਨੂੰ ਤਰਸਦੀ ਦੁਨੀਆ ਅੱਜ, ਪਿਆਰ ਦੇਣ ਦੀ ਲੋੜ ਹੈ। ਚੀਜ਼ਾਂ ਤੇ ਵਾਧੂ ਹੀ ਪਈਆਂ, ਇੱਕ ਸਕੂਟਰੀ ਥਾਂ 4-4 ਮੋਟਰਸਾਈਕਲ, ਗੱਡੀਆਂ 3-3, ਘੱਟਾ ਜੰਮਿਆ ਪਿਆ, ਪਰਸ ਭਰੇ ਪਏ ਪੈਸਿਆਂ ਦੇ। ਬੜੀ ਕਿਰਪਾ ਇਸ ਵੇਲੇ ਮਹਾਰਾਜ ਦੀ। ਅਗ ਦੁਆਬੇ 'ਚ ਤੇ ਖਾਸ ਕਰਕੇ ਆ, ਚਲੋ ਮਾਝਾ ਮਾਲਵਾ ਫਰਕ, ਦੁਆਬੇ ਵਾਲੇ ਤੇ ਜੇ ਕਹਿਣਾ ਅਸੀਂ ਗਰੀਬ ਆ ਤੇ ਗਲਤ ਹੈ। ਕਿਉਂਕਿ ਇੱਥੇ ਹਰ ਘਰ 'ਚ 3-4 ਜਣੇ ਬਾਹਰ ਆ, ਇਹ ਨਹੀਂ ਗਰੀਬ ਹੋ ਸਕਦੇ। ਉਹ ਤਰ੍ਹਾਂ ਵੱਖਰੀ ਗੱਲ ਜੇ ਤੁਸੀਂ ਕਹਿ ਦੋ ਵੀ ਅਸੀਂ ਗਰੀਬ ਆ, ਪਰ ਨਹੀਂ, ਮੇਰਾ ਦਿਲ ਨਹੀਂ ਕਹਿੰਦਾ। ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇੱਕ ਆਮ ਜੇ ਆਪਾਂ ਸੇਵਾਦਾਰ ਆ। ਇਹ ਸਾਨੂੰ ਨਹੀਂ ਕਦੀ ਗੁਰੂ ਅਰਜਨ ਸਾਹਿਬ ਨੇ ਗਰੀਬ ਹੋਣ ਤਾਂ, ਤੇ ਤੁਹਾਨੂੰ ਕਿੱਥੋਂ ਹੋਣ ਦੇਣਗੇ? ਹਾਂਜੀ, ਇਸ ਕਰਕੇ ਚੜ੍ਹਦੀ ਕਲਾ 'ਚ ਰਿਹਾ ਕਰੋ। ਮਹਾਰਾਜ ਸਾਹਿਬ ਕਹਿੰਦੇ ਰਾਜਾ ਰਾਣੀ ਕੀ ਚਾਹੀਦਾ ਹੈ? ਕਹਿੰਦੇ ਮਹਾਰਾਜ ਤੁਸੀਂ ਬੈਠੇ ਰਹੋ, ਅਸੀਂ ਤੁਹਾਡੇ ਦਰਸ਼ਨ ਕਰੀ ਜਾਈਏ। ਕਰੋ ਆਪਨੋ ਬਰ ਉਪਦੇਸੂ, ਜੈ ਤੇ ਮਿਟਹਿ ਜਗਤ ਕਲੇਸ਼ੂ। ਮਹਾਰਾਜ ਨੇ ਦੂਜਾ ਬਚਨ ਕੀਤਾ, ਕਹਿੰਦੇ ਫੇਰ ਵੀ ਮੰਗ ਲਓ ਰਾਣੀ ਨੂੰ। ਮਹਾਰਾਜ ਕਹਿੰਦੇ ਪੁੱਤ ਮੰਗੋ। ਵੇਖੋ ਸੰਗਤੇ ਕਿੱਦਾਂ ਦੇ ਹੋਣਗੇ ਉਹ, ਨੀਤ ਵੇਖੋ। ਪਤਾ ਕੀ ਮੰਗਿਆ ਉਹਨਾਂ ਨੇ? ਹੱਥ ਜੋੜ ਕੇ, ਜੋ ਤੁਹਾਡੇ ਤੋਂ ਮੈਂ ਰੋਜ਼ ਮੰਗਦਾ ਰਹਿਣਾ, ਵੀ ਕਲੇ ਕਰਨੀ, ਬੋਲੋ ਈਰਖਾ ਛੱਡ ਦਿਓ। ਉਹਨਾਂ ਦੋ ਜੀਆਂ ਨੇ, ਕਵੀ ਰਾਜ ਜੀ ਕਹਿੰਦੇ ਕੀ ਮੰਗਿਆ? ਕਰੋ ਆਪਨੋ ਬਾਰੇ ਉਪਦੇਸ਼ੂ, ਜਹ ਤੇ ਮਿਟੈ ਸਗਲ ਕਲੇਸ਼ੂ। ਦੋਵਾਂ ਜੀਆਂ ਨੇ ਆਰਤੀ ਕਰਕੇ ਅਰਦਾਸ ਕੀਤੀ, ਹੇ ਗੁਰੂ ਨਾਨਕ ਸਾਹਿਬ ਸਾਰੀ ਦੁਨੀਆ ਦਾ ਕਲੇਸ਼ ਖਤਮ ਕਰ ਦਿਓ। ਜਕਾਰਾ ਤੇ ਛੱਡ ਦਿਓ। ਬੋਲੇ ਉਦਾਂ ਇੰਨੇ ਛੱਡਦੇ, ਅੱਜ ਪਤਾ ਕਲੇਸ਼ ਛੱਡਿਆ ਨਹੀਂ ਨਾ ਜਾਣਾ, ਤਾਂ ਕਰਕੇ ਨਹੀਂ ਜਕਾਰਾ ਛੱਡਿਆ। ਵੀ ਕੱਲ ਨੂੰ ਲੜਨਾ ਅਜੇ, ਹੋ ਸਕਦਾ ਹੁਣੇ ਕਥਾ ਤੋਂ ਬਾਅਦ ਇੱਕ ਯੁੱਧ ਲਾਉਣਾ ਹੋਵੇ। ਇਹਨੇ ਵੀ ਛੱਡਤਾ, ਲਾੜੇ ਵੀ ਪੈਂਦਾ ਹੀ ਮੇਰੇ ਨਾਲ। ਇਹਨੇ ਵੀ ਰਾਤ ਨੂੰ ਕਹਿ ਦੇਣਾ ਮੈਨੂੰ ਨਹੀਂ ਪਤਾ, ਤੂੰ ਚੱਲ ਜਾਣਾ, ਅੱਜ ਮੈਂ ਜਾਣਾ ਹੀ। ਤੋ ਇਸ ਕਰਕੇ ਮਹਾਰਾਜ ਵੇਖੋ ਭਲੀਆਂ ਰੂਹਾਂ ਕਹਿੰਦੀਆਂ ਪਾਤਸ਼ਾਹ ਸਾਰੀ ਦੁਨੀਆ ਦਾ ਘਰਾਂ ਚੋਂ ਕਲੇਸ਼ ਕੱਢਦੇ, ਕੱਖ ਨਹੀਂ ਚਾਹੀਦਾ, 2 ਰੋਟੀਆਂ ਛਕਣੀਆਂ ਹਨ। ਮਹਾਰਾਜ ਸਾਹਿਬ ਕਹਿੰਦੇ ਭਲਾ ਭਲਾ ਭਲਾ। ਵੇਖੋ ਰੂਹਾਂ ਭਲਾ ਮੰਗਦੀਆਂ ਹਨ। ਸਰਬ ਦੇਸ ਕੋ ਕਰੋ ਕਿਰਤਾਰਥ, ਤੁਮ ਬਚਨਨ ਮੈਂ ਚਤੁਰ ਪਦਾਰਥ। ਗੁਰੂ ਨਾਨਕ ਸਾਹਿਬ ਤੇਰਾ ਦਿੱਤਾ ਬਹੁਤ ਹੈ, ਬਸ ਆਪਣੀ ਮਿਹਰ ਦੀ ਨਜ਼ਰ ਕਰ ਦਿਓ। ਅਸ ਪ੍ਰਕਾਰ ਕੀ ਬਿਨਤੀ ਸੁਨ ਕੇ, ਬੋਲੇ ਦਇਆਲ ਬਿਰਦ ਨਿਜ ਜਨ ਕੈ। ਇਸ ਤਰ੍ਹਾਂ ਸਾਰੀ ਸੰਗਤ ਸਜੀ ਤੁਹਾਡੇ ਵਾਂਗੂ ਜਿੱਦਾਂ ਤੁਸੀਂ ਬੈਠੇ ਹੋ। ਸਤਿਗੁਰੂ ਮਹਾਰਾਜ ਅੱਜ ਵੀ ਹਾਜ਼ਰੀ ਹੈ, ਛੇਤੀ ਸੁਣ ਲੈਂਦੇ ਸੇਵਕ ਦੀ। ਤੁਹਾਡੀ ਵੀ ਮਹਾਰਾਜ ਜ਼ਰੂਰ ਸੁਣਨਗੇ, ਸੇਵਾ ਨਾ ਛੱਡਿਓ।
ਮਹਾਰਾਜ ਦਾ ਪੱਲਾ ਨਾ ਛੱਡਿਓ। ਮਹਾਰਾਜ ਜੀ ਨੇ ਬਚਨ ਕੀਤਾ, ਮਨ ਕੋ ਰੋਕਨ ਨਿਰਮਲ ਕਰਨੋ, ਯਹੀ ਉਪਾਵ ਕਲੇਸ਼ਨ ਹਰਨੋ। ਹੁਣ ਥੋੜੀ ਜਿਹੀ ਗੰਭੀਰ ਕਥਾ ਸ਼ੁਰੂ ਹੋ ਜਾਣੀ ਹੈ, ਥੋੜਾ ਤੁਹਾਡਾ ਦਿਮਾਗ ਜ਼ਿਆਦਾ ਲੱਗਣਾ, ਕਿਉਂਕਿ ਇਹ ਵਿਦਵਤਾ ਦੀ ਕਥਾ ਵਾ। ਮਹਾਰਾਜ ਕਹਿੰਦੇ ਬਹਿ ਜਾਓ, ਰਾਣੀ ਤੇ ਰਾਜੇ ਨੂੰ ਕਹਿੰਦੇ ਬਹਿ ਜਾਓ। ਸਾਰੀ ਸੰਗਤ ਬੈਠੀ। ਮਹਾਰਾਜ ਕਹਿੰਦੇ ਕਲੇਸ਼ ਦਾ ਜੜ ਕੌਣ ਹੈ? ਬੰਦੇ ਦਾ ਮਨ। ਜਿੰਨਾ ਚਿਰ ਮਨ ਇਕਾਗਰ ਨਹੀਂ ਹੁੰਦਾ, ਬੰਦੇ ਦਾ ਅੰਦਰ ਟਿਕਦਾ। ਕਈ ਬੰਦੇ ਵੇਖਿਆ ਨਾ, ਉਹਨਾਂ ਨੂੰ ਤੋੜਾ ਖੋਈ ਲੱਗੀ ਹੁੰਦੀ, ਉਹਨਾਂ ਕਦੀ ਕਿਸੇ ਕੋ ਜਾ ਕੇ ਗੱਲ ਕਰਨੀ, ਕਦੀ ਕਿਸੇ ਕੋ ਕਰਨੀ, ਉਹ ਬਹਿ ਨਹੀਂ ਸਕਦੇ। ਮਹਾਰਾਜ ਕਹਿੰਦੇ ਸਭ ਤੋਂ ਕਲੇ ਦਾ ਜੜ ਹੈ ਮਨ, ਤੇ ਗੁਰਬਾਣੀ ਤੋਂ ਬਿਨਾਂ ਮਨ ਇਕਾਗਰ, ਮਨ ਜੀਤੈ। ਤੇ ਮਨ ਨੂੰ ਇੱਕੋ ਚੀਜ਼ ਜਿੱਤ ਸਕਦੀ, ਬਾਣੀ ਤੇ ਸਿਮਰਨ। ਤੇ ਜਿੰਨਾ ਚਿਰ ਇਹ ਕਾਬੂ ਨਹੀਂ ਆਉਂਦਾ, ਕਹਿੰਦੇ ਇੱਕ ਬਾਂਦਰ ਹੈ ਪਸ਼ੂ ਜਾਤੀ ਚੋਂ। ਬਾਂਦਰ ਜਿਹੜਾ ਹੈ ਉਹ ਇਦਾਂ ਦਾ ਜਾਨਵਰ ਜਿਹਦਾ ਆਪਣਾ, ਬੋਲੋ ਜੀ, ਘਰ। ਇਸੇ ਤਰ੍ਹਾਂ ਇੱਕ ਆਪਣਾ ਮਨ ਹੈ, ਇਹਦਾ ਵੀ ਕੋਈ ਘਰ ਨਹੀਂ। ਕਈ ਵਾਰੀ ਬੈਠੇ ਗੁਰਦੁਆਰੇ ਹੋਈਦਾ ਤੇ ਇਹ ਕਿਤੇ ਹੋਰ ਹੀ ਪਹੁੰਚਿਆ ਹੁੰਦਾ। ਰਾਤ ਨੂੰ ਬੰਦਾ ਬੈੱਡ ਤੇ ਸੁੱਤਾ ਹੁੰਦਾ ਤੇ ਮਨ ਸੁਪਨਿਆਂ 'ਚ ਤੁਰਿਆ ਫਿਰਦਾ ਕਿਤੇ ਕਿਤੇ। ਇਹ ਟਿਕਦਾ ਥੋੜਾ। ਇਹਨੂੰ ਇੱਕੋ ਚੀਜ਼ ਟਿਕਾ ਸਕਦੀ, ਸ਼ਬਦ। ਜਦੋਂ ਐਨ ਸਮਾਧੀ ਲੱਗ ਗਈ ਸ਼ਬਦ ਦੇ ਵਿੱਚ, ਪਰ ਛੇਤੀ ਕੀਤਿਆਂ ਅਵਸਥਾ ਨਹੀਂ ਬਣਦੀ। ਮੇਰੇ ਕੋਲ ਤੇ ਆਪ ਨਹੀਂ ਹੈਗੀ। ਮੈਂ ਸਵੇਰੇ 3:30 ਵਜੇ ਨਿਤਨੇਮ ਜਦੋਂ ਸ਼ੁਰੂ ਕਰੀਦਾ, ਬਸ ਇੱਕ ਓਂਕਾਰ ਸ਼ੁਰੂ ਕਰਾ ਕੇ ਮਨ ਤੇ ਮੁੜ ਕੇ ਭੱਜ ਜਾਂਦਾ। ਫਿਰ ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਰਹਿੰਦਾ। ਉਦੋਂ ਵਾਪਸ ਆਉਂਦਾ ਜਦੋਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ। ਫਿਰ ਜਾਪ ਸਾਹਿਬ ਸ਼ੁਰੂ ਕਰਾ ਦਿੰਦਾ ਵਾ, ਚੱਕਰ ਚਿਹਨ ਨਰ ਬਰਨ ਜਾਤਰ ਪਾ। ਫਿਰ ਨਿਕਲ ਜਾਂਦਾ, ਕਦੇ ਪਿੰਡ ਚਲ ਜਾਂਦਾ, ਕਦੇ ਅੰਮ੍ਰਿਤਸਰ ਚਲ ਜਾਂਦਾ, ਕਦੇ ਕੈਨੇਡਾ ਚਲ ਜਾਂਦਾ, ਕਦੇ ਭੈਣ ਘਰ ਚਲ ਜਾਂਦਾ, ਕਦੇ ਘਰ ਵਾਲੀ ਬਾਰੇ, ਕਦੇ ਬੱਚਿਆਂ ਬਾਰੇ। ਫਿਰ ਉਦੋਂ ਆਉਂਦਾ ਜਦੋਂ ਬੰਦਾ ਕਹਿੰਦਾ ਦੁਕਾਲਨ ਪ੍ਰਨਾਸੀ ਦਿਆਲਨ ਸਰੂਪੇ। ਫਿਰ ਸਵਈਏ ਸ਼ੁਰੂ ਕਰਾ ਜਾਂਦਾ, ਸ਼ਰਾਵਗ ਸੁੱਧ ਸਮੂਹ। ਫਿਰ ਨਿਕਲ ਜਾਂਦਾ। ਇਹ ਸੱਚਾਈ ਹੈ ਤੁਹਾਡੇ 'ਚ। ਮੈਂ ਤਾਂ ਕਿਹਾ ਸ਼ਾਇਦ ਸੰਗਤ ਵਿੱਚ ਦੱਸੀਏ, ਜੋੜਨ ਲੱਗ ਪਏ। ਫਿਰ ਆਨੰਦ ਸਾਹਿਬ ਸ਼ੁਰੂ ਕਰਾ ਕੇ ਭੱਜ ਜਾਂਦਾ। ਫਿਰ ਉਦੋਂ ਆਉਂਦਾ ਜਦੋਂ ਸੰਗਤਾਂ ਫੁੱਲ ਲੈ ਕੇ ਖੜੋਤੀਆਂ ਹੁੰਦੀਆਂ, ਪਤਾ ਲੱਗਦਾ ਵੀ ਸੁਣਤੇ ਪੁਨੀਤ ਕਹਿੰਦੇ। ਇਹ ਬਹੁਤ ਤੇਜ਼ ਹੈ ਮਨ ਜਿਹੜਾ, ਇਹ ਟਿਕਦਾ ਥੋੜਾ ਕਿਤੇ। ਜਿੱਦਣ ਇਹ ਟਿਕ ਗਿਆ ਉਦਣ ਬਾਦਸ਼ਾਹੀਆਂ ਤੁਹਾਡੀ ਝੋਲੀ 'ਚ ਪੈ ਜਾਣੀਆਂ। ਹੁਣ ਆਪਣਾ ਮਨ ਜਿਹੜਾ ਬਾਹਰ ਨੂੰ ਆ, ਤੇ ਜਿਹੜੇ ਬਾਹਰ ਆ ਉਹਨਾਂ ਦਾ ਉੱਥੇ ਨਹੀਂ ਟਿਕ ਰਿਹਾ। ਇਹ ਮਨ ਦੀ ਗੱਲ ਹੈ। ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਪੂਰੀ ਕਿਰਪਾ ਹੋਊ। ਤੇ ਮਾਰੇ ਕਹਿੰਦੇ ਰਾਜਾ ਰਾਣੀ ਕਲੇ ਦਾ ਘਰ ਹੈ ਬੰਦੇ ਦਾ ਮਨ। ਅਸ ਪ੍ਰਕਾਰ ਕੀ ਬਿਨਤੀ ਸੁਨ ਕੈ, ਬੋਲੇ ਦਇਆਲ ਬਿਰਦ ਨਿਜ ਜਨ ਕੈ। ਇਸ ਕਰਕੇ ਮਹਾਰਾਜ ਨੇ ਮੁਖ ਤੋਂ ਬਚਨ ਕਹਿਣਾ ਕੀਤੇ, ਤਾਂ ਕੀ ਜਾਨੋ ਹੈ ਬਿਦਦੋ, ਵੇਦ ਸੰਤ ਪੁਨ ਭਾਖਤ ਸੋ। ਤੇ ਰਾਜੀ ਰਾਣੀ ਨੇ ਆਖਿਆ ਜੀ ਇਹਦਾ ਕੋਈ ਇਲਾਜ ਦੱਸੋ, ਮਨ ਕਿੱਦਾਂ ਵਸ ਆਵੇ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੋ ਵਿਧੀਆਂ, ਜਾਂ ਤੇ ਕੋਈ ਪੁੱਜੇ ਹੋਏ ਸਾਧੂ ਦੀ ਸੰਗਤ ਕਰ ਲਓ, ਤੇ ਜਾਂ ਸ਼ਬਦ ਦੀ ਕਮਾਈ ਕਰ ਲਵੋ। ਇਹ ਦੋ ਚੀਜ਼ਾਂ ਹੀ ਤੁਹਾਨੂੰ ਭਲਾ ਕਰ ਸਕਦੀਆਂ ਹਨ। ਜੋ ਹੋਵੇ ਤੁਝ ਪਾਸ ਸਖਾਰੂ, ਸੋ ਕਰੀਏ ਨੀਕੇ ਨਿਰਤਾਰੂ। ਔਰ ਕਹਿੰਦੇ ਜਿਹੜੀ ਚੀਜ਼ ਤੁਹਾਡੋਂ ਸੰਖਿਆ ਹੋ ਸਕੇ, ਭਾਵ ਸੌਖੀ ਹੋ ਸਕੇ, ਉਹਨੂੰ ਕਰ ਲਿਆ ਕਰੋ। ਜਿਹੜੀ ਚੀਜ਼ ਤੁਹਾਡੇ ਵੱਸ ਦੀ ਨਹੀਂ ਹੈ ਉਹਨੂੰ ਨਾ ਕਰਿਓ। ਜੇ ਮੇਰੀ ਜੇਬ 'ਚ 50,000 ਰੁਪਈਆ ਹੈ ਤੇ ਮੈਂ 50 ਲੱਖ ਦਾ ਕੰਮ ਨਾ ਕਰਾਂ। ਮਾਰੇ ਕਹਿੰਦੇ ਕਿਉਂਕਿ ਮਨ ਉਚਾਟ ਹੁੰਦਾ ਹੀ ਉਦੋਂ ਆ ਜਦੋਂ ਆਪਾਂ ਜ਼ਿਆਦਾ ਪੰਗੇ ਲੈ ਲਈਏ। ਮੈਂ ਅੱਗੇ ਵੀ ਜ਼ਿਕਰ ਕਰਤਾ ਵੀ ਸਾਡੇ ਦਾਦੇ ਦਾਦੀਆਂ ਬਾਬੇ ਕਿਉਂ ਵਧੀਆ ਸੀ, ਕਿਉਂ ਬਹਿੰਦੇ ਸੀ ਕਥਾ, ਕਿਉਂਕਿ ਉਹਨਾਂ ਪੰਗੇ ਨਹੀਂ ਸੀ ਲਏ। ਆਪਾਂ ਪੰਗੇ ਜ਼ਿਆਦਾ ਲੈ ਲਏ ਆ। ਹੁਣ ਇੱਕ ਘਰ ਹੈ, ਜੇ 3 ਕਮਰਿਆਂ 'ਚ 25 ਜੀ ਆਪਣੇ ਰਹਿੰਦੇ ਰਹੇ, ਤੇ ਅੱਜ ਉਹ ਕਮਰੇ ਜਿਹੜੇ 3 ਦੀ ਬਜਾਏ 30 ਆ, ਤੇ ਘਰੇ ਕੌਣ? ਜਿੰਦਰਾ ਲੱਗਾ। ਠੀਕ ਹੈ ਨਾ। ਜਿੱਥੇ ਆਪਾਂ ਇੱਕ ਗੱਡੇ ਤੇ ਬਲਦਾਂ ਵਾਲੇ ਤੇ ਸਾਰਾ ਟੱਬਰ ਮੱਸਿਆ ਚੱਲ ਜਾਂਦਾ ਸੀ, ਅੱਜ ਮੇਰੀ ਗੱਡੀ ਵੱਖਰੀ ਆ, ਵਾਈਫ ਦੀ ਵੱਖਰੀ ਆ, ਬੱਚੇ ਦੀ ਵੱਖਰੀ ਆ। ਤੇ ਫਿਰ ਪੰਗੇ ਤਾਂ ਲੈ ਆ ਨਾ ਕਿਤੇ ਨਾ ਕਿਤੇ। ਅੱਗੇ ਸਾਰਾ ਪਿੰਡ ਇੱਕ ਦੇ ਘਰ ਬਹਿ ਕੇ ਟੀਵੀ ਵੇਖਦਾ ਸੀ, VCR। ਤੇ ਹੁਣ ਜੇ ਘਰ 'ਚ 4 ਬੱਚੇ, 4 ਦੇ ਵੱਖਰੇ ਲੈਪਟਾਪ ਆ, ਵੱਖਰੀਆਂ LCDਆਂ ਵਾ, ਭੱਜੋ ਕਿਤੇ ਭੱਜਣਾ ਹੀ। ਤੇ ਫਿਰ ਆਪਾਂ ਕਹਿੰਦੇ ਜੀ ਬਾਬਾ ਸਮਾਂ ਕਲਯੁਗ ਦਾ ਆ ਗਿਆ। ਸਮਾਂ ਤੇ ਉਹੀ ਆ, ਬਦਲਿਆ ਕੁਝ ਨਹੀਂ। ਸੂਰਜ ਵੀ ਉਹੀ ਆ ਜਿਹੜਾ ਰਾਮ ਵੇਲੇ ਚੜ੍ਹਦਾ ਸੀ।
मैं कई बारी रात ਨੂੰ ਨਾ ਇੱਕ ਦਿਨ ਬੈਠਿਆਂ ਤੁਰੇ ਫਿਰਦੇ ਛੱਤ ਤੇ ਮੈਂ ਵੈਸੇ ਮਨ ਚ ਆਇਆ ਇਹ ਗੱਲ ਵੀ ਚੰਦਰਮਾ ਵੱਲ ਵੇਖਿਆ। ਮੈਂ ਕਿਹਾ ਵੀ ਇਹ ਚੰਦਰਮਾ ਉਹ ਹੀ ਆ ਜਿਹਨੇ ਰਾਮ ਵੀ ਵੇਖਿਆ, ਕ੍ਰਿਸ਼ਨ ਵੀ ਵੇਖਿਆ ਤੇ ਗੁਰੂ ਨਾਨਕ ਨੂੰ ਵੀ ਬਦਲਿਆ। ਕੌਣ? ਆਪਾਂ ਬਦਲੇ ਨਾ। ਧਰਤੀ ਵੀ ਉਹੀ ਆ, ਇਸੇ ਧਰਤੀ ਤੇ ਬਾਬਾ ਨਾਨਕ ਇੱਥੇ ਰਿਹਾ, ਇੱਥੇ ਬਰਾਤ ਆ ਕੇ ਬੈਠੀ ਹੈ, ਉਹੋ ਹੀ ਮੌਸਮ ਹੈ, ਉਹੋ ਹੀ ਹਵਾ ਹੈ। ਆਪਾਂ ਬਦਲੇ ਤੇ ਬਦਲਣ ਦਾ ਕਰਕੇ ਆਪਾਂ ਔਖੇ ਵੀ ਹੋ ਗਏ, ਕਿਉਂਕਿ ਆਪਾਂ ਆਪਣੀਆਂ ਲੋੜਾਂ ਬੰਦਗੀ ਘਟਾ ਲਈ ਆ। ਇਸ ਕਰਕੇ ਸਾਧ ਸੰਗਤ ਮਹਾਰਾਜ ਦੇ ਉਪਦੇਸ਼ ਬਹੁਤ ਡੂੰਘੇ ਆ। ਹੁਣ ਅਗਲੇ 2 ਦਿਨ ਕਥਾ ਜਿਹੜੀ ਬਹੁਤ ਡੂੰਘੀ ਚੱਲਣੀ ਹੈ, ਬਹੁਤ ਜਿਹਨੂੰ ਕਹਿ ਦੋ ਸਖਤ ਸਟੱਡੀ ਕਰਾਉਣੀ ਮਹਾਰਾਜ ਨੇ। ਹੁਣ ਉੱਥੇ ਸਾਰਾ ਦੱਸਣਾ ਵੀ ਮਨ ਕੀ ਆ, ਦੁੱਖ ਕਿੱਥੋਂ ਆਉਂਦੇ ਆ, ਬੰਦੇ ਦਾ ਆਤਮਾ 'ਚ ਕੀ ਆ, ਬੰਦੇ 'ਚੋਂ ਕਿਹੜੀ ਚੀਜ਼ ਨਿਕਲਦੀ ਆ। ਬਹੁਤ ਡੂੰਘੀ ਵਿਚਾਰ ਸੰਗਲਾਦੀਪ ਦੇ ਵਿੱਚ ਮਹਾਰਾਜ ਜੀ ਕਰਨਗੇ, ਜਿਹੜੀਆਂ ਸੰਗਤਾਂ ਰੋਜ਼ ਆਉਂਦੀਆਂ ਸਰਵਣ ਕਰਨਗੇ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਮਾਤਾ ਦਮੋਦਰੀ ਸਾਹਿਬ ਜੀ ਦੇ ਸਥਾਨ 'ਤੇ ਅਖੰਡ ਜਾਪ ਆਰੰਭ ਹੋਣੇ ਹੈ। 10 ਵਜੇ ਦੇ ਕਰੀਬ। ਧੰਨ ਮੇਰੀ ਮਾਂ ਦਮੋਦਰੀ ਸਾਹਿਬ। ਜੇ ਮਾਂ ਇੱਥੇ ਨਾ ਹੁੰਦੀ ਤੇ ਅੱਜ ਬੌਲੀ ਸਾਹਿਬ ਨਹੀਂ ਸੀ ਹੋਣੀ। ਇਹ ਮਾਂ ਦੀ ਖੇਡ ਹੈ। ਜੇ ਮਾਤਾ ਦੀ ਕਮਾਈ ਸੀ ਤੇ ਮਹਾਰਾਜ ਵਿਆਹੁਣ ਆਏ ਤੇ ਫੇਰ ਹੀ ਕਿਤੇ ਬੌਲੀ ਦਾ ਟੱਪ ਲੱਗਾ ਤੇ ਅੱਜ ਵੇਖੋ ਕਿੱਦਾਂ ਸੰਗਤਾਂ ਦੀਆਂ ਝੋਲੀਆਂ ਭਰਦੀਆਂ। ਇਸ ਕਰਕੇ ਸਾਰੀ ਸੰਗਤ ਜ਼ਰੂਰ ਦਰਸ਼ਨ ਦੇਣੇ। ਕੱਲ੍ਹ ਨੂੰ ਰਾਤ ਨੂੰ ਜੰਝ ਘਰ ਦੇ ਵਿੱਚ ਜਿੱਥੇ ਸਾਰੇ ਮਹਾਂਪੁਰਖ ਬੈਠੇ ਸੀ ਆ ਕੇ, ਉਸ ਵੇਲੇ ਉੱਥੇ ਦੀਵਾਨ ਸਜਣੇ ਹੈ। ਗੁਰੂ ਕੇ ਰਾਗੀ ਢਾਡੀ, ਗੁਰੂ ਕੇ ਪ੍ਰਚਾਰਕਾਂ ਨੇ ਆਪ ਜੀ ਨੂੰ ਦਰਸ਼ਨ ਕਰਾਉਣੇ। ਉਸ ਵੇਲੇ ਦੇ ਬਹੁਤਾ ਲੰਮਾ ਸਮਾਗਮ ਨਹੀਂ ਆਪਾਂ ਰੱਖਣਾ ਵਾ। 7 ਵਜੇ ਤੋਂ ਲੈ ਕੇ 10 ਸਾਢੇ 10 ਸਮਾਪਤੀ ਹੋਵੇਗੀ। ਇਸੇ ਤਰ੍ਹਾਂ ਫਿਰ 7 ਸਤੰਬਰ ਨੂੰ ਮਾਂ ਦਮੋਦਰੀ ਸਾਹਿਬ ਦੇ ਘਰ ਬਹੁਤ ਸੋਹਣਾ ਦੀਵਾਨ ਹਾਲ ਮਹਾਂਪੁਰਖਾਂ ਨੇ ਤਿਆਰ ਕੀਤਾ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਸਤਿਗੁਰੂ ਮਹਾਰਾਜ ਸਭ ਦੀਆਂ ਝੋਲੀਆਂ ਭਰਨਾ। ਤਿਲ ਫੁੱਲ ਭੇਟਾ ਦੇ ਕੇ ਤਨ ਮਨ ਧਨ ਨਾਲ ਸੇਵਾ ਕਰਿਓ। ਇਹ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਘਰ ਹੈ ਜਿੱਥੇ ਤਕਦੀਰਾਂ ਲਿਖੀਆਂ ਜਾਂਦੀਆਂ। ਆਪਾਂ ਸਾਰੇ ਲੇਖਾਂ ਦੇ ਮਰੀਦ ਆ ਨਾ, ਲੇਖਾਂ ਕਰਕੇ ਬੰਦਾ ਧੱਕੇ ਖਾਂਦਾ, ਪਰ ਗੁਰੂ ਹਰਗੋਬਿੰਦ ਸਾਹਿਬ ਕੋ ਉਹ ਤਾਕਤ ਜੇ ਮਾਤਾ ਦਮੋਦਰੀ ਸਾਹਿਬ ਦੇ ਘਰ 'ਚ ਜਿਹੜੀ ਬੰਦੇ ਦੇ ਲੇਖ ਵੀ ਬਦਲ ਦੇ। ਮਾਤਾ ਸੁਲੱਖਣੀ ਨੇ ਆਖਿਆ ਮਹਾਰਾਜ ਮੈਨੂੰ ਇੱਕ ਭੁਜੰਗੀ ਦੇ ਦੇ। ਮਹਾਰਾਜ ਕਹਿੰਦੇ ਤੇਰੇ ਲੇਖ ਨਹੀਂ ਲਿਖੇ। ਭਾਈ ਗੁਰਦਾਸ ਜੀ ਕਥਾ ਕਰਦੇ ਹੁੰਦੇ ਸੀ। ਬੀਬੀ ਆਈ ਕਹਿੰਦੀ ਭਾਈ ਸਾਹਿਬ ਤੁਸੀਂ ਤਾਂ ਕਿਹਾ ਸੀ ਜਾਇਓ, ਪਰ ਗੁਰੂ ਨੇ ਤਾਂ ਮੋੜਤਾ। ਪਹਿਲੇ ਕਥਾਵਾਚਕ ਭਾਈ ਗੁਰਦਾਸ ਜੀ ਗੁਰੂ ਘਰ ਦੇ। ਭਾਈ ਗੁਰਦਾਸ ਜੀ ਕਹਿੰਦੇ ਮਾਤਾ ਰੋ ਨਾ, ਹੱਲ ਜ਼ਰੂਰ ਹੋਊਗਾ, ਕਿਉਂਕਿ ਇਹਦੇ ਘਰੋਂ ਆਵਾਜ਼ ਆਉਂਦੀ ਸਾਚੇ ਸਾਹਿਬਾ ਜੇ ਇਹ ਪੰਕਤੀ ਲਿਖੀ ਆ ਫਿਰ ਇਹਦੇ ਘਰ 'ਚ ਹੈ, ਤੂੰ ਥੋੜੀ ਜਿਹੀ ਵੇਟ ਕਰ ਲਾ। ਕਹਿੰਦੇ ਨਹੀਂ ਹੁੰਦੀ ਬਾਬਾ, ਰਾਤ ਨੂੰ ਨੀਂਦ ਨਹੀਂ ਆਉਂਦੀ। ਕਹਿੰਦੇ ਫਿਰ ਏਦਾਂ ਕਰੀ 2 ਚੀਜ਼ਾਂ ਦੀ ਨਿਗਾਹ ਰੱਖੀ, ਇੱਕ ਤੇ ਜਿੱਦਣ ਗੁਰੂ ਸਾਹਿਬ ਇਕੱਲੇ ਹੋਣ ਤੇ ਇੱਕ ਜਿੱਦਣ ਖੁਸ਼ ਹੋਣ। ਹੁਣ ਉਹਨੇ ਲੰਮੀ ਸੇਵਾ ਸ਼ੁਰੂ ਕਰ ਲਈ ਜਿਹਦਾ ਤੁਸੀਂ, ਉਹ ਦੋਵੇਂ ਚੀਜ਼ਾਂ ਰਲਦੀਆਂ ਨਹੀਂ ਸੀ। ਜੇ ਤੇ ਗੁਰੂ ਸਾਹਿਬ ਕਿਤੇ ਇਕੱਲੇ ਹੁੰਦੇ, ਪਹਿਲੀ ਗੱਲ ਤੇ ਗੁਰੂ ਸਾਹਿਬ ਨੂੰ ਇਕੱਲੇ ਸੰਗਤ ਨਹੀਂ ਹੋਣ ਦਿੰਦੀ। 2200 ਘੋੜ ਸਵਾਰ ਮਹਾਰਾਜ ਦੇ ਨਾਲ ਹੀ ਰਹਿੰਦੇ। ਜੇ ਕਿਤੇ ਮਹਾਰਾਜ ਇਸ ਤਰ੍ਹਾਂ ਸੈਰ ਸੂਰ ਕਰਦੇ, ਕਿਤੇ ਗਝਾਨੀ ਦੇ ਕੇ ਇਕੱਲੇ ਹੁੰਦੇ ਸੀ, ਉਦੋਂ ਮਹਾਰਾਜ ਬਾਣੀ ਪੜ੍ਹਦੇ ਹੁੰਦੇ ਸੀ ਗੰਭੀਰ। ਉਹਨੂੰ ਮੌਕਾ ਨਹੀਂ ਸੀ ਮਿਲ ਰਿਹਾ ਵੀ ਜੇ ਮਹਾਰਾਜ ਹੱਸਦੇ ਸੀ ਤੇ ਫਿਰ ਸੰਗਤ ਕੋਲੇ ਸੀ, ਜੇ ਸੰਗਤ ਨਹੀਂ ਕੋਲੇ ਫਿਰ ਮਹਾਰਾਜ ਗੰਭੀਰ ਹੁੰਦੇ ਸਨ। ਇੱਕ ਦਿਨ ਫਿਰ ਮਹਾਰਾਜ ਨੇ ਉਹਦੀ ਅਰਦਾਸ ਸੁਣੀ। ਉਹ ਦਿਨ ਮਹਾਰਾਜ ਹੱਸਦੇ ਵੀ ਆ ਤੇ ਹੈਗੇ ਵੀ, ਬਸ 1-2 ਸਿੰਘ ਸੀ ਤੇ ਉਹਨੇ ਮੌਕਾ ਵੇਖ ਕੇ ਤੇ ਫਿਰ ਕਾਗਜ਼ ਕਲਮ ਅੱਗੇ ਕਰਤਾ। ਮਹਾਰਾਜ ਕਹਿੰਦੇ ਉਹ ਬੀਬੀ ਤੂੰ ਗਈ ਨਹੀਂ ਅਜੇ? ਕਹਿੰਦੀ ਕਿੱਥੇ ਜਾਵਾਂ, ਦੱਸ ਮੈਨੂੰ, ਤੇਰੇ ਬਿਨਾਂ ਕਿੱਥੇ ਜਾਵਾਂ? ਕਹਿੰਦੇ ਫਿਰ ਇਹ ਕੀ ਹੈ? ਕਹਿੰਦੇ ਤੁਸੀਂ ਲੇਖਾਂ ਦੀ ਗੱਲ ਕੀਤੀ ਹੈ, ਫਿਰ ਉੱਥੇ ਵੀ ਤੁਸੀਂ ਲਿਖਦੇ, ਇੱਥੇ ਵੀ ਤੇ 2 ਅੱਖਰ। ਮਹਾਰਾਜ ਖੁਸ਼ ਸੀ ਪਾਤਸ਼ਾਹ, ਕਹਿੰਦੇ ਲਿਆ ਫਿਰ ਆ ਜਾ। 1 ਦੀ ਬਜਾਏ 7 ਪਾਤੇ। ਕਹਿੰਦੀ ਜੀ ਇਹ ਕੀ? ਮਹਾਰਾਜ ਕਹਿੰਦੇ ਲੈ ਮੁੜ ਕੇ ਫਿਰ ਵਾਰੀ ਵਾਰੀ ਆਉਂਦੀ ਫਿਰੇਗੀ, ਇੱਕੇ ਨਹੀਂ ਲੈ ਲਾ। ਉਹ ਦਾਤਾ ਇਹ ਦਾਤਾਂ ਵਰਤਾਉਣ ਵਾਲਾ, ਤੂੰ ਝੋਲੀ ਫੁਲਾਈ ਜਾ ਚੁੱਪ ਕਰਕੇ। ਉਹਨੂੰ ਪਤਾ ਹੈ ਝੋਲੀ ਨੂੰ ਕਿਵੇਂ ਭਰਨਾ, ਤੂੰ ਝੋਲੀ ਵਧਾਈ ਜਾ।
ਕਿਸੇ ਤਾਈਂ ਵੀ ਪਤਾ ਨਹੀਂ ਲੱਗਣ ਦੇਂਦਾ, ਤੇ ਜਦੋਂ ਦੇਂਦਾ ਏ ਚੁੱਪ ਕਰਕੇ ਉਹ ਜਦੋਂ ਦੇਂਦਾ ਏ ਦਿੰਦਾ ਦੇ ਲੈਂਦੇ ਥੱਕ ਪਾ, ਦਿੰਦਾ ਦੇ ਲੈਂਦੇ ਥੱਕ ਪਾਹੀ, 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 ਦਿੰਦਾ ਦੇ ਲੈਂਦੇ ਥੱਕ ਪਾਹੀ। ਬਹੁਤ ਧੰਨਵਾਦ ਸੰਤ ਜੀ। ਦਿਲ ਕਰਦਾ ਏਦਾਂ ਹੀ ਸਿਫਤ ਮਹਾਰਾਜ ਦੀ ਹੋਈ ਜਾਵੇ। ਸਮਾਂ ਆਪਣੀ ਜਗ੍ਹਾ ਹੈ, ਸੋ ਹੁਣ ਕੀਰਤਨ ਦੀ ਵਰਖਾ ਹੋਣੀ ਹੈ। ਉਪਰੰਤ ਰਹਿਰਾ ਸਾਹਿਬ ਦੇ ਜਾਓ। ਇਹ ਸੱਚ ਹੈ ਕਿ ਗੁਰੂ ਸਾਹਿਬ ਤੋਂ ਦੂਰ ਜਾ ਕੇ ਜ਼ਿੰਦਗੀ ਨਹੀਂ ਹੈਗੀ। ਆਪਾਂ ਜਾਈ ਜਾਂਦੇ, ਵੈਸੇ ਹੁਣ ਗਾਂ ਆਉਣ ਵਾਲੀ ਪੀੜ੍ਹੀ ਬਹੁਤ ਦੂਰ ਜਾਏਗੀ ਗੁਰੂ ਸਾਹਿਬ ਤੋਂ, ਪਰ ਜ਼ਿੰਦਗੀ 'ਚ ਸੁੱਖ ਲੈਣੇ ਆਨੰਦ ਭਇਆ ਮੇਰੀ। ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ।